ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਦਾਏ ਖਾਸ ਹੁਕਮਨਾਮੇ ਆਪਨੇ ਪ੍ਰੇਮ ਸਹਿਤ ਸਰਵਣ ਕੀਤੇ ਹਨ। ਕੁਝ ਸਮਾਂ ਹੋਰ ਸਾਹਿਬੇ ਕਮਾਲ ਕਾਦਰੇ ਹਰ ਕਾਰ ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਲ ਕੌਤਕ ਜੋ ਇੱਥੇ ਪਟਨਾ ਸਾਹਿਬ ਜੀ ਦੀ ਧਰਤੀ ਤੇ तमाम संगतां नूं देखने नसीब होए, उन्हां दा हिरदा आनंद नाल भरिया। महाराज जी दे इन्हां कौतकां विच सब तो पहला कौतक भीखन शाह नूं खुदा दा नूर उस दी झलक प्राप्त होना है। ते इत्थे जाण लग्गियां जो कौतक होया वो माता हांडी शाह वाली, जिस दे कोल कुछ भेटा करन लई नहीं सी, आउण लई साधन भी नहीं सी, जंगल दा रस्ता सी। उस दे घर महाराज आप गए ते मंग के माता कोलों खिचड़ी सकी। ये महाराज जी दा पटना साहिब दी धरती ते पहला ते आखिरी कौतक है। इन्हां महान गाथावां नूं आप सरवण करते आ रहे हो। पीर भीखन शाह ने बेनतियां कीतियां दीदार प्राप्त होवे ते श्री मात नानकी जी ने आग्ञा दिती भी जे ये फकीर दीदार दा तलबगार है ते कृपाल चंद जी तुसी दर्शन करा देवो। इत्थे ही जिथे तुसी बिराजे हुए हो इत्थे सोहणे पलंग लगाए गए और महाराज जी दे दीदार दी तैयारी करवाई गई। इस संसार नूं गुरु गोबिंद सिंह महाराज जी दा पहला दीदार प्राप्त होया। इन्हां पावन गुरु विचार नूं सरवण करदिआं गुरु दीदार दी उपलब्धि हो सके, इसलिए जितने माता भराता हाजरीन हाजरी भर रहे हो, पेशतर दोवां हत्थां नूं हिरदे दे सामने जोड़दिआं नेत्र बंद करके ऐसा गहराई तो महसूस करिए कि साडा सीस गुरु गोबिंद सिंह महाराज जी दे चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदिआं चरण चुमदिआं होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक सरवण करदिआं इतना प्रेम सहित आपने सरवण किया कि जद बाल गोबिंद राय सतगुरु गुरु गोबिंद सिंह महाराज जी की पहली झलक एक महान फकीर पीर भीखन शाह नूं प्राप्त हुई, या इंज कह लो बई पीर भीखन शाह दे करके बाकी सारियां नूं महाराज दा दीदार होया। जैसे महारिषि राजे सगर दा पुत्र भागीरथ वड्डा तप करके ब्रह्मा नूं प्रसन्न किया ते आख्या थोड़े अमृत कमंडल विच अमृत धारा गंगा है ते मैं उसनूं धरती ते चाहता हाँ मेरे बजुर्गों का कल्याण होवे।
ਤੇ ਬ੍ਰਹਮਾ ਆਖਣ ਲੱਗੇ ਹੈ ਭਾਗੀਰਥ ਮੈਂ ਗੰਗਾ ਦਾ ਅੰਮ੍ਰਿਤ ਜਲ ਤੈਨੂੰ ਦੇ ਦੇਵਾਂਗਾ, ਪਰ ਉਸ ਨੂੰ ਧਰਤੀ ਤੇ ਅੱਗੇ ਧਾਰਨ ਕਰਨ ਵਾਲਾ ਕੋਈ ਚਾਹੀਦਾ ਹੈ। ਅੰਮ੍ਰਿਤ ਜਲ ਤਾਂ ਮੈਂ ਦੇ ਦੇਵਾਂਗਾ। ਤੇ ਭਾਗੀਰਥ ਨੇ ਪ੍ਰਾਰਥਨਾ ਕੀਤੀ, ਭਗਵਾਨ ਮੈਨੂੰ ਕੀ ਪਤਾ ਹੈ ਇਸ ਨੂੰ ਕੌਣ ਧਾਰਨ ਕਰ ਸਕਦਾ ਹੈ। ਤੇ ਬ੍ਰਹਮਾ ਨੇ ਕਿਹਾ ਵੀ ਸ਼ਿਵ ਜੀ ਨੂੰ ਪ੍ਰਸੰਨ ਕਰੋ ਤੇ ਉਹ ਗੰਗਾ ਨੂੰ ਆਪਣੇ ਹਿਰਦੇ ਵਿੱਚ, ਆਪਣੇ ਸੀਸ ਵਿੱਚ ਧਾਰਨ ਕਰ ਸਕਦੇ ਨੇ। ਇਹ ਰਾਜੇ ਸਗਰ ਦਾ ਪੁੱਤਰ ਭਾਗੀਰਥ ਬਹੁਤ ਤਪੱਸਿਆ ਕੀਤੀ, ਬਹੁਤ ਜਪ ਕੀਤਾ, ਸੇਵਾ ਕੀਤੀ ਸ਼ਿਵ ਜੀ ਦੀ ਤੇ ਪ੍ਰਸੰਨ ਕੀਤਾ ਤੇ ਵਰ ਮੰਗਿਆ, ਹੇ ਪ੍ਰਭੂ ਮੈਂ ਗੰਗਾ ਨੂੰ ਧਰਤੀ ਦੇ ਜੀਵਾਂ ਲਈ ਲਿਆਉਣਾ ਚਾਹੁੰਦਾ ਤੇ ਤੁਸੀਂ ਉਸ ਨੂੰ ਧਾਰਨ ਕਰੋ। ਸ਼ਿਵ ਜੀ ਕਹਿਣ ਲੱਗੇ ਮੈਂ ਯਤਨ ਕਰਦਾ, ਜਿਵੇਂ ਮੈਂ ਅਰਜ਼ ਕਰਾਂ ਪੁਰਾਤਨ ਗਾਥਾਵਾਂ ਸ਼ਾਸਤਰਕਾਰਾਂ ਨੇ ਲਿਖਿਆ ਵੀ ਉਸਨੇ ਆਪਣੀਆਂ ਜੜਾਵਾਂ ਹਜ਼ਾਰਾਂ ਮੀਲਾਂ ਤੱਕ ਵਧਾ ਲਈਆਂ, ਕਿਉਂਕਿ ਗੰਗਾ ਨੂੰ ਧਾਰਨ ਕਰਨਾ ਸੌਖੀ ਗੱਲ ਨਹੀਂ ਸੀ ਤੇ ਕਈ ਸਦੀਆਂ ਗੰਗਾ ਨੂੰ ਉਹਨਾਂ ਦੀਆਂ ਜੜਾਵਾਂ 'ਚੋਂ ਧਰਤੀ 'ਤੇ ਉਤਰਨ ਦਾ ਰਸਤਾ ਨਾ ਮਿਲਿਆ। ਤੇ ਫਿਰ ਛੋਟੀ ਜਿਹੀ ਇੱਕ ਧਾਰਾ, ਇੱਕ ਲਿਟ ਖੁੱਲ੍ਹੀ ਤੇ ਉਸ ਵਿੱਚੋਂ ਗੰਗਾ ਦਾ ਇੱਕ ਬਹਾਓ, 5 ਬਹਾਓ ਸਨ, ਉਹਨਾਂ ਵਿੱਚੋਂ ਇੱਕ ਬਹਾਓ ਇਹ ਹੈ ਜਿਹੜਾ ਪਟਨਾ ਹੋ ਕੇ ਲੰਘਦਾ ਹੈ। ਇੰਝ ਕਹਿ ਲਓ ਵੀ ਸ਼ਿਵ ਜੀ ਕਰਕੇ ਗੰਗਾ ਧਰਤੀ 'ਤੇ ਆਈ ਤੇ ਲੋਕਾਂ ਨੂੰ, ਗੰਗਾ ਦੇ ਜਿਹੜੇ ਉਪਾਸਕ ਨੇ ਉਹਨਾਂ ਨੂੰ ਇਸ ਵਿੱਚ ਅੰਮ੍ਰਿਤ ਧਾਰਾ ਵਿੱਚ ਟੁੱਬਾ ਲਾਉਣ ਦਾ ਮੌਕਾ ਬਣਿਆ। ਮੈਂ ਉਦਾਹਰਣ ਦੇ ਤੌਰ ਤੇ ਕਹਿ ਰਿਹਾ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਹਿਲਾ ਦੀਦਾਰ ਸੰਸਾਰ ਵਾਸੀਆਂ ਨੂੰ ਪੀਰ ਭੀਖਨ ਸ਼ਾਹ ਦੀ ਬੰਦਗੀ ਤੇ ਉਸ ਦੀ ਪ੍ਰਾਰਥਨਾ ਤੇ ਉਸ ਦੀ ਸ਼ਰਧਾ ਕਰਕੇ ਪ੍ਰਾਪਤ ਹੋਇਆ। ਵਰਨਾ ਪਹਿਲੇ ਮਾਮਾ ਕਿਰਪਾਲ ਚੰਦ ਜੀ ਨੇ ਨਾ ਕਰ ਦਿੱਤੀ ਸੀ, ਆਖਿਆ ਬਾਲਕ ਬਹੁਤ ਛੋਟਾ ਹੈ, ਦੀਦਾਰ ਨਹੀਂ ਹੋ ਸਕਦਾ। ਉਹ ਬਾਲਕ ਹੈ ਬਹੁਤ ਇਆਣਾ, ਤਦ ਮਿਲਸੀ ਜਦ ਹੋਏ ਸਿਆਣਾ। ਤੇ ਭੀਖਨ ਸ਼ਾਹ ਕਹਿਣ ਲੱਗੇ ਜਿਸ ਨੂੰ ਆਖੋ ਬਾਲ ਅਣਜਾਣਾ, ਉਸ ਵਰਗਾ ਨਹੀਂ ਕੋਈ ਸਿਆਣਾ। ਤੋ ਦੀਦਾਰ ਦੀ ਬਿਧ ਬਣੀ, ਇਤਨਾ ਆਪਨੇ ਸਰਵਣ ਕੀਤਾ। ਮਾਤ ਨਾਨਕੀ ਜੀ ਨੇ ਆਗਿਆ ਦੇ ਦਿੱਤੀ। ਮਾਤ ਨਾਨਕੀ ਜੀ ਦਾਦੀ ਮਾਂ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਪਰਿਵਾਰ ਦਾ ਸਾਰਾ ਪ੍ਰਬੰਧ ਮਾਤਾ ਨਾਨਕੀ ਜੀ ਦੀ ਪਾਵਨ ਦੇਖ ਰੇਖ ਵਿੱਚ ਹੁੰਦਾ ਤੇ ਮਾਮਾ ਕਿਰਪਾਲ ਚੰਦ ਸਾਰਾ ਪ੍ਰਬੰਧ ਕਰਦੇ। ਇਸ ਢੰਗ ਦੇ ਨਾਲ ਫਿਰ ਬਹੁਤ ਜ਼ਿਆਦਾ ਉਪਮਾ ਕੀਤੀ। ਸੂਰਤ ਸੁੰਦਰ ਮੂਰਤ ਪਾਕ, ਤੁਮਰੋ ਦਰਸ਼ਨ ਨਹਿ ਜਮ ਬਾਕ। ਪੀਰ ਭੀਖਨ ਸ਼ਾਹ ਨੇ ਹੱਥ ਜੋੜ ਕੇ ਕਿਹਾ, ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਉਸ ਵੇਲੇ ਹਾਲੇ ਨਾਮ ਸਿੰਘ ਨਹੀਂ ਹੋਇਆ ਸੀ। ਹੇ ਗੋਬਿੰਦ, ਹੇ ਮੇਰੇ ਖੁਦਾ, ਜਿਨ੍ਹਾਂ ਨੂੰ ਤੁਹਾਡਾ ਦਰਸ਼ਨ ਹੋ ਜਾਂਦਾ ਹੈ ਉਹਨਾਂ ਨੂੰ ਜਮ ਜਿਹੜਾ ਉਹ ਸਜ਼ਾ ਨਹੀਂ ਦੇ ਸਕਦਾ, ਉਹਨਾਂ ਨੂੰ ਜਮ ਲੈਣ ਵਾਸਤੇ ਨਹੀਂ ਆਉਂਦਾ, ਜਮਾਂ ਦਾ ਡਰ ਮੁੱਕ ਜਾਂਦਾ। ਜ਼ਾਹਰ ਜਗ ਮੈਂ ਜ਼ਬਰ ਜ਼ਹੂਰ, ਹਾਜ਼ਰ ਜੈ ਕੈ ਦਾਸ ਹਜ਼ੂਰ। ਤੁਹਾਡਾ ਵੱਡਾ ਤੇਜ ਪ੍ਰਤਾਪ ਜਗਤ 'ਤੇ ਪ੍ਰਗਟ ਹੈ ਤੇ ਜਿੱਥੇ ਵੀ ਸੇਵਕ ਤੁਹਾਨੂੰ ਯਾਦ ਕਰਦੇ ਨੇ ਉੱਥੇ ਆਪ ਪਹੁੰਚ ਕੇ ਰਾਖੀ ਕਰਦੇ ਹੋ। ਵਾਕਈ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਵੀ ਰਾਖੀ ਕਰਦੇ ਨੇ। ਇਹ ਵਾਕਿਆ ਮੈਨੂੰ ਭਾਈ ਕੁਲਦੀਪ ਸਿੰਘ ਜੀ ਆਨੰਦ ਜੋ
ਭਾਰਤ ਦੇ ਸਫਾਰਤਖਾਨੇ ਵਿੱਚ ਵੱਖ-ਵੱਖ ਦੇਸ਼ਾਂ 'ਚ ਸੇਵਾ ਕਰਦੇ ਰਹੇ। ਰਜੌਰੀ ਗਾਰਡਨ ਦਿੱਲੀ ਦੇ ਮੂਲ ਰਹਿਣ ਵਾਲੇ ਸਨ। ਅੱਜ ਕੱਲ੍ਹ ਉਹਨਾਂ ਦਾ ਪਰਿਵਾਰ ਥਾਈਲੈਂਡ 'ਚ ਰਹਿੰਦਾ। ਉੱਥੇ ਵੀ ਉਹ ਭਾਰਤੀ ਰਾਜਦੂਤਾਵਾਸ ਵਿੱਚ ਉੱਚੇ ਦਰਜੇ ਦੇ ਸੇਵਕ ਆਫਿਸਰ ਸਨ। ਉਹਨਾਂ ਨੇ ਮੈਨੂੰ ਇਹ ਗਾਥਾ ਸੁਣਾਈ ਵੀ ਮੈਂ ਪਟਨਾ ਸਾਹਿਬ ਆਪਣੀ ਪਤਨੀ ਸਮੇਤ ਦਰਸ਼ਨ ਕਰਨ ਵਾਸਤੇ ਟ੍ਰੇਨ 'ਤੇ ਜਾ ਰਿਹਾ ਸੀ। ਉਹਨਾਂ ਦਿਨਾਂ ਵਿੱਚ ਫਸਟ ਕਲਾਸ ਹੁੰਦਾ ਸੀ, ਹਾਲੇ ਏਸੀ ਕੋਚ ਜਿਹੜੇ ਸਨ ਉਹ ਆਏ ਨਹੀਂ ਸਨ ਚੱਲਣ ਵਿੱਚ। ਤੇ ਕਹਿੰਦਾ ਸਾਡੇ ਕੰਪਾਰਟਮੈਂਟ ਵਿੱਚ ਡਾਕੂ ਚੜ੍ਹ ਗਏ। ਉਹਨਾਂ ਦਿਨਾਂ 'ਚ ਟ੍ਰੇਨਾਂ ਵੀ ਆਮ ਲੁੱਟੀਆਂ ਜਾਂਦੀਆਂ ਸਨ। ਤੇ ਕਹਿੰਦਾ ਮੇਰੀ ਸੁਪਤਨੀ ਨੇ ਵਾਈਟ ਜੁਐਲਰੀ ਪਾਈ ਹੋਈ ਸੀ, ਹੀਰੇ ਆਦਿਕ ਜੜੇ ਹੋਏ, ਸੋਹਣੇ ਜਵਾਹਰਾਤ ਜੜੇ ਹੋਏ ਗਹਿਣੇ ਪਾਏ ਹੋਏ ਸਨ, ਬੇਸ਼ਕੀਮਤੀ। ਤੇ ਉਹਨਾਂ ਸਾਡੇ ਸਾਹਮਣੇ ਵਾਲੀ ਸੀਟ ਕੈਬਨ ਵਿੱਚ ਬੈਠੇ ਹੋਏ ਵਪਾਰੀਆਂ ਨੂੰ ਲੁੱਟ ਲਿਆ ਤੇ ਸਾਡੇ ਵੱਲ ਉਹਨਾਂ ਨਹੀਂ ਦੇਖਿਆ। ਅਸੀਂ ਬਚ ਗਏ। ਤੇ ਕਹਿੰਦੇ ਨੇ ਜਦੋਂ ਲੁੱਟ ਪਾਟ ਕਰਕੇ ਚਲੇ ਗਏ ਤੇ ਅਸੀਂ ਉਹਨਾਂ ਨਾਲ ਅਫਸੋਸ ਜ਼ਾਹਰ ਕੀਤਾ ਬਈ ਲਾਲਾ ਜੀ ਤੁਹਾਡੇ ਨਾਲ ਬੜਾ ਮਾੜਾ ਹੋਇਆ, ਤੁਸੀਂ ਵਪਾਰੀ ਮਿਹਨਤ ਕਰਨ ਵਾਲੇ ਤੇ ਤੁਹਾਡਾ ਸਭ ਕੁਝ ਲੁੱਟ ਕੇ ਲੈ ਗਏ ਹਨ, ਬੜਾ ਨੁਕਸਾਨ ਹੋਇਆ ਤੁਹਾਡਾ। ਉਹ ਕਹਿਣ ਲੱਗੇ ਬਈ ਨੁਕਸਾਨ ਤਾਂ ਸਾਡਾ ਹੋਇਆ ਹੈ, ਸਾਨੂੰ ਇਸ ਗੱਲ ਦਾ ਦੁੱਖ ਹੈ, ਪਰ ਇੱਕ ਗੱਲ ਦੱਸੋ, ਜਦੋਂ ਤੁਹਾਡੇ ਵੱਲ ਵੇਖਦੇ ਸਨ ਤੇ ਇੱਕ ਘੋੜੇ ਤੇ ਸਵਾਰ ਖੰਡਾ ਪਕੜ ਕੇ ਉਹਨਾਂ ਦੇ ਨਾਲ ਨਾਲ ਉਹਨਾਂ ਨੂੰ ਕੌਣ ਡਰਾਉਂਦਾ ਸੀ? ਜੇ ਗੱਲ ਸਮਝ ਆ ਗਈ ਹੋਵੇ ਤੇ ਗੱਜ ਕੇ ਸਾਰੇ ਮਿਲ ਕੇ ਇੱਕ ਜੈਕਾਰਾ ਬੁਲਾ ਦਿਓ। ਜਦੋਂ ਤੁਹਾਡੇ ਵੱਲ ਵੇਖਦੇ ਸਨ ਤੇ ਨਾਲ ਨਾਲ ਟ੍ਰੇਨ ਦੇ ਘੋੜੇ ਤੇ ਕੋਈ ਸਿਰ ਤੇ ਕਲਗੀ ਲਗਾਈ ਹੋਈ ਖੰਡਾ ਪਕੜ ਕੇ ਕੌਣ ਡਰਾਉਂਦਾ ਸੀ? ਤੇ ਗੁਰਸਿੱਖ ਪਰਿਵਾਰ ਕਹਿਣ ਲੱਗੇ, ਅਸੀਂ ਦੋਵੇਂ ਹੀ ਰੋਣ ਲੱਗ ਪਏ ਵੀ ਉਹ ਹੋਰ ਕੋਈ ਨਹੀਂ ਖੰਡੇ ਵਾਲਾ ਜਿਹੜਾ ਘੋੜੇ ਤੇ ਟ੍ਰੇਨ ਦੇ ਨਾਲ ਨਾਲ ਸਾਡੀ ਰਾਖੀ ਕਰ ਰਿਹਾ। ਅਸੀਂ ਪਟਨਾ ਸਾਹਿਬ ਦਰਸ਼ਨ ਨੂੰ ਜਾ ਰਹੇ ਹਾਂ ਤੇ ਸਾਡੀ ਰਾਖੀ ਗੁਰੂ ਗੋਬਿੰਦ ਸਿੰਘ ਹੀ ਕਰ ਰਹੇ ਨੇ। ਅੱਜ ਵੀ ਸਤਿਗੁਰੂ ਆਪਣੇ ਸਿੱਖ ਦੀ ਰਾਖੀ ਕਰਦੇ ਨੇ। ਭੀਖਨ ਸਾਹਿਬ ਕਹਿਣ ਲੱਗਾ, ਜਿੱਥੇ ਹਾਜ਼ਰ ਜੈ ਕਹਿ ਦਾਸ ਹਜ਼ੂਰ, ਜਿੱਥੇ ਤੁਹਾਨੂੰ ਕੋਈ ਤੁਹਾਡਾ ਸੇਵਕ ਯਾਦ ਕਰਦਾ ਉੱਥੇ ਆਪ ਪਹੁੰਚ ਕੇ ਰਾਖੀ ਕਰਦੇ ਹੋ। ਤੇ ਦੁਨੀਆ ਪਈ ਚਿੰਤਾ ਕਰੇ, ਮਨਮੁਖ ਪਏ ਚਿੰਤਾ ਕਰਨ ਬਈ ਸਾਡਾ ਕੀ ਬਣੇਗਾ, ਕਾਰੋਬਾਰ ਕਿਵੇਂ ਚੱਲੇਗਾ, ਸਾਡਾ ਸਰੀਰ ਤੰਦਰੁਸਤ ਕਿਵੇਂ ਰਹੇਗਾ। ਜਿਨ੍ਹਾਂ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੈ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਾਰੇ ਕਾਰਜ ਗੁਰੂ ਗੋਬਿੰਦ ਸਿੰਘ ਆਪ ਹੀ ਕਰਦੇ ਪਏ। ਸਰਵਣ ਕਰੀਏ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਗਾਫਲ ਗੰਜ ਗਰੀਬ ਨਿਵਾਜ। ਜਿਹੜੇ ਪਰਮਾਤਮਾ ਤੋਂ ਗਾਫਲ ਨੇ ਉਹਨਾਂ ਦੀ ਗਫਲਤ ਦਾ ਤੁਸੀਂ ਨਾਸ਼ ਕਰ ਦਿੰਦੇ ਹੋ। ਤੇ ਹੇ ਗੁਰੂ ਪਾਤਸ਼ਾਹ, ਤੁਹਾਡਾ ਬਿਰਧ ਹੈ, ਮੁੱਢ ਕਦੀਮਾਂ ਦਾ ਸੁਭਾਅ ਹੈ, ਤੁਸੀਂ ਗਰੀਬਾਂ ਨਿਮਾਣਿਆਂ ਨੂੰ ਨਿਵਾਜ਼ ਦਿੰਦੇ ਹੋ। ਇਹ ਕਦੀਮ ਤੁਮ ਕਰਤੇ ਕਾਜ। ਮੁੱਢ ਕਦੀਮਾਂ ਤੋਂ ਇਹ ਸਮਾਨ ਮਹਾਨ ਕਾਰਜ ਨਿਮਾਣਿਆਂ ਨੂੰ ਮਾਣ ਦੇਣਾ ਆਪ ਕਰਦੇ ਆ ਰਹੇ। ਵਾਕਈ ਸਾਧ ਸੰਗਤ, ਬੜੇ ਰਿਸ਼ੀ ਮੁਨੀ, ਬੜੇ ਸੰਤ, ਬੜੇ ਤਾਰਕੇਸ਼ਵਰ ਮਲਕ ਭਾਗੋ ਦੇ ਘਰ ਠਹਿਰੇ ਹੋਏ ਸਨ। ਲਾਲੋ ਨੂੰ ਕਿਸੇ ਪੁੱਛਿਆ ਤੱਕ ਨਾ ਬਈ ਤੂੰ ਕੌਣ ਹੈ।
ਤੇ ਗਰੀਬ ਲਾਲੋ ਜੀ ਨੂੰ ਨਿਵਾਜਣ ਵਾਲਾ ਗਰੀਬ ਨਿਵਾਜ਼ ਗੁਰੂ ਨਾਨਕ ਹੀ ਉਹਦੇ ਘਰ ਪਹੁੰਚੇ, ਹੋਰ ਤੇ ਕੋਈ ਨਹੀਂ ਪਹੁੰਚਿਆ। ਤੇ ਉਸਨੇ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਮੇਰੇ ਕੋਲ ਸਵਾਦ ਵਾਲਾ ਭੋਜਨ ਨਹੀਂ ਹੈਗਾ, ਬੇਸਵਾਦਾ ਜਿਹਾ ਕੁਦਰੇ ਦਾ ਪ੍ਰਸ਼ਾਦਾ ਹੈ। ਤੇ ਮਹਾਰਾਜ ਕਹਿਣ ਲੱਗੇ, ਐ ਲਾਲੋ ਤੂੰ ਚਿੰਤਾ ਨਾ ਕਰ, ਜਿੰਨਾ ਚਿਰ ਸੰਸਾਰ ਰਹੇਗਾ ਤੇਰੇ ਇਸ ਕੁਦਰੇ ਦੇ ਸਵਾਦ ਦਾ ਜ਼ਿਕਰ ਹੁੰਦਾ ਰਹੇਗਾ। ਕਿਉਂਕਿ ਗਰੀਬ ਨਵਾਜ਼ ਹੈ, ਬੇਪਰਵਾਹ ਵੀ ਹੈ ਤੇ ਗਰੀਬ ਨਵਾਜ਼ ਵੀ। ਭੀਖਨ ਸਾਹਿਬ ਕਹਿਣ ਲੱਗੇ, ਮਹਾਰਾਜ ਤੁਸੀਂ ਗਰੀਬ ਨਵਾਜ਼ ਹੋ, ਜਸ ਚਿਤ ਚੋ ਕਰੋ ਤਸ ਮਾਲਕ। ਇਹ ਸਾਰੇ ਬ੍ਰਹਮੰਡਾਂ ਦੇ ਤੁਸੀਂ ਮਾਲਕ ਹੋ, ਜੋ ਚਾਹੋ ਉਹ ਕਰ ਸਕਦੇ ਹੋ। ਸਿਰਜਨਹਾਰ ਖਲਕ ਕੋ ਪਾਲਕ। ਆਪ ਸੰਸਾਰ ਨੂੰ ਸਾਜਣ ਵਾਲੇ ਵੀ ਹੋ, ਪੈਦਾ ਕਰਨ ਵਾਲੇ ਵੀ ਹੋ, ਤੇ ਆਪ ਪਾਲਣਹਾਰ ਵੀ ਹੋ ਮਹਾਰਾਜ ਜੀ। ਲਗਿਓ ਆਨ ਮੈਂ ਕਦਮ ਤੁਮਾਰੇ। ਇਹ ਸ਼ਹਿਨਸ਼ਾਹੇ ਦੋ ਆਲਮ ਪਾਰ ਬ੍ਰਹਮ ਪਰਮੇਸ਼ਵਰ ਜੋਤ ਬਾਲ ਗੋਬਿੰਦ ਰਾਏ ਜੀ, ਮੈਂ ਤੁਹਾਡੀ ਸ਼ਰਨ ਆਇਆ। ਆਪਾਂ ਸਾਰੇ ਕਿੱਥੇ ਆਏ ਹਾਂ? ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਆਏ ਹਾਂ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਮਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਅਸੀਂ ਤੇ ਤੁਹਾਡੇ ਦਾਸ ਹਾਂ, ਤੁਹਾਡੀ ਸ਼ਰਨ ਆਏ ਹਾਂ। ਇਸ ਤਰ੍ਹਾਂ ਸਭ ਭੀਖ ਆਖਣ ਲੱਗੇ, ਬੂਝੋ ਰਿਦੇ ਮਨੋਰਥ ਸਾਰੇ। ਹੇ ਸ਼ਹਿਨਸ਼ਾਹੇ ਦੋ ਆਲਮ ਸਤਿਗੁਰੂ ਜੀ, ਤੁਸੀਂ ਹਿਰਦੇ ਦੀ ਜਾਣਨ ਵਾਲੇ ਹੋ, ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਆਪ ਜੀ ਨੂੰ। ਆਪਣੇ ਪੰਥ ਵਿਖੇ ਮਮ ਟੁਕਰਾ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਇਹ ਵੀ ਪਤਾ ਹੈ, ਆਪ ਜ਼ਾਲਮ ਤੁਰਕਾਂ ਦੇ ਰਾਜ ਦੀ ਜੜ ਪੁੱਟਣ ਆਏ, ਤੇ ਕਿਰਪਾ ਕਰਨੀ ਤੁਹਾਡਾ ਪੰਥ ਵਧੇਗਾ। ਦੇਖੋ ਇਹ ਬੰਦਗੀ ਵਾਲਾ ਫਕੀਰ, ਇਹਨੂੰ ਪਤਾ ਹੈ ਬਈ ਪੰਥ ਵੱਧ ਜਾਣਾ। ਐਵੇਂ ਨਹੀਂ ਸਿੱਖ ਰੋਜ਼ ਉੱਚੀ ਉੱਚੀ ਆਵਾਜ਼ ਵਿੱਚ ਪੁਕਾਰ ਪੁਕਾਰ ਕੇ ਬੇਨਤੀਆਂ ਕਰਦੇ ਬਈ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਆਕੀ ਦਾ ਮਤਲਬ ਹੈ ਬਾਗੀ ਕੋਈ ਨਹੀਂ ਰਹੇਗਾ, ਆਕੜਨ ਵਾਲਾ ਕੋਈ ਨਹੀਂ ਰਹੇਗਾ। ਜਦ ਖਾਲਸਾ ਰਾਜ ਹੁੰਦਾ ਹੈ ਨਾ, ਖਾਲਸ ਹਿਰਦੇ ਵਾਲਾ, ਰਾਜਿਆਂ ਦਾ ਜ਼ਿਕਰ ਹੈ, ਰਾਜੇ ਜਨਕ ਦੇ ਰਾਜ ਨੂੰ ਅਸੀਂ ਖਾਲਸ ਰਾਜ ਕਹਿ ਸਕਦੇ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮਹਾਨ ਰਾਜ, ਕਿਸੇ ਨਾਲ ਅਨਿਆਂ ਨਹੀਂ ਹੋਵੇਗਾ। ਕੀ ਰਹੇ ਨਾ ਕੋਏ, ख्वार होए सब मिलेंगे, बचे शरण जो होए। ਤੇ ਮਹਾਰਾਜ ਸੱਚੇ ਪਾਤਸ਼ਾਹ ਤੁਰਕਾਂ ਦੇ ਜ਼ਾਲਮ ਰਾਜ ਦੀ ਤੁਸੀਂ ਜੜ ਪੁੱਟ ਦੇਣੀ। ਮਹਾਰਾਜ ਆਪਣੇ ਪੰਥ ਵਿੱਚ ਮੈਨੂੰ ਥੋੜੀ ਜਿਹੀ ਥਾਂ ਦੇ ਹੀ ਰੱਖਣੀ, ਸਾਡਾ ਸੂਫੀ ਮਤ ਬਚਿਆ ਰਹੇ। ਮਹਾਰਾਜ ਨੇ ਆਪਣੀ ਬਾਣੀ 'ਚ ਬੋਲ ਆਪ ਆਖੇ ਨੇ, ਧਰਮ ਚਲਾਵਨ ਹਮੇ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ, ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ। ਦੁਸ਼ਟ ਸੁਭਾਵਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ, ਦੁਸ਼ਟਤਾਈ ਦੀਆਂ ਜੜ੍ਹਾਂ ਪੁੱਟਣ ਵਾਸਤੇ ਅਸੀਂ ਸੰਸਾਰ ਤੇ ਆਏ ਹਾਂ। ਤੇ ਇਸ ਫਕੀਰ ਨੂੰ ਪਹਿਲੇ ਬੋਧ ਹੈ ਵੀ ਮਹਾਰਾਜ ਇਸ ਲਈ ਆਏ। ਮਹਾਰਾਜ ਸਾਡਾ ਛੋਟਾ ਜਿਹਾ ਥਾਂ ਆਪਣੇ ਚਰਨਾਂ ਵਿੱਚ ਰੱਖ ਲੈਣਾ। ਜੇ ਰਾਖੋ ਤੁਮ ਕਰੋ ਨਉਖਰਾ। ਮਹਾਰਾਜ ਸੱਚੇ ਪਾਤਸ਼ਾਹ ਸਾਡੀ ਜੜ ਲੱਗੀ ਰਹੇ, ਸਾਡੀ ਜੜ ਨਾ ਉਖੜੇ। ਸਭ ਤੁਰ ਕਨ ਤੇ ਰੱਖੋ ਨਿਰਾਲਾ। ਮਹਾਰਾਜ ਸਾਨੂੰ ਇਹਨਾਂ ਜ਼ਾਲਮ ਤੁਰਕਾਂ ਵਿੱਚ ਨਾ ਸਮਝਣਾ, ਜਿਹੜੇ ਸ਼ਹਿਨਸ਼ਾਹ ਦਾ ਸਾਹਤ ਦਾ ਸਿੰਘਾਸਣ ਪਾ ਕੇ
ਤੇ ਜ਼ੁਲਮਤ ਨਾਲ ਆਪਣੇ ਜੀਵਨ ਨੂੰ ਰੰਗਿਆ ਹੋਇਆ ਹੈ। ਉਹ ਜ਼ੁਲਮ ਕਰਦੇ ਪਏ ਨੇ, ਸਾਨੂੰ ਉਹਨਾਂ ਚੋਂ ਨਾ ਸਮਝਣਾ। ਮੂੰਹ ਪਰ ਕਰ ਕੈ ਕਰਮ ਕਿਰਪਾਲਾ, ਇਹ ਕਿਰਪਾ ਦੇ ਘਰ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ, ਕਿਰਪਾ ਕਰੋ। ਤੋ ਅਬ ਪਿਤਾ ਮੋਹਿ ਕੋ ਦੇ ਪਤ ਮਹਾਰਾਜ ਸੱਚੇ ਪਾਤਸ਼ਾਹ, ਜੇ ਆਪ ਮੇਰੇ ਤੇ ਕਿਰਪਾ ਕਰ ਰਹੇ ਹੋ ਤੇ ਇਹਦਾ ਸਬੂਤ ਮੈਨੂੰ ਦੇ ਦਿਓ, ਇਹਦਾ ਪਤਾ ਮੈਨੂੰ ਦੱਸ ਦਿਓ। ਮਮੋਰੇ ਅੰਤਰ ਕੀ ਲਖ ਲਈਏ, ਮੇਰੇ ਹਿਰਦੇ ਦੀ ਆਪ ਜਾਣਦੇ ਹੋ ਤੇ ਮੈਨੂੰ ਮਹਾਰਾਜ ਉਹਦਾ ਜੋ ਮੇਰਾ ਸਵਾਲ ਹੈ ਉਹਦਾ ਜਵਾਬ ਦੇ ਦੇਵੋ। ਇਤਿਆਦਿਕ ਕਹਿ ਕਰ ਇੱਕ ਘਟੇ ਕਾ, ਇਸ ਤਰ੍ਹਾਂ ਇੱਕ ਘੜੀ ਤੱਕ ਲਗਾਤਾਰ ਕੋਈ 24-25 ਮਿੰਟ, ਅੱਧਾ ਘੰਟਾ ਸਮਝ ਲਓ, ਮਹਾਰਾਜ ਜੀ ਦੀ ਬੇਨਤੀ ਕਰਦਾ ਰਿਹਾ, ਅਰਦਾਸ ਕਰਦਾ ਰਿਹਾ, ਉਪਮਨ ਕਰਦਾ ਰਿਹਾ। ਮ੍ਰਿਤਕਾ ਕੀ ਲਘੁ ਲਾਗੂ ਦ્વੈ ਘਟੇ ਕਾ, ਤੇ ਫਿਰ ਮਿੱਟੀ ਦੀਆਂ ਦੋ ਛੋਟੀਆਂ ਛੋਟੀਆਂ ਮਟਕੀਆਂ, ਕੁੱਜੀਆਂ ਅਸੀਂ ਆਮ ਕਹਿ ਦਿੰਦੇ, ਛੋਟੀਆਂ ਛੋਟੀਆਂ ਦੋ ਮਿੱਟੀ ਦੀਆਂ ਮਟਕੀਆਂ, ਕੁੱਜੀਆਂ ਜਿਹੜੀਆਂ ਇਹਦੇ ਕੋਲ ਸਨ। ਤਿਨ ਮੈਂ ਪਾਏ ਮਧੁਰ ਪਕਵਾਨ, ਉਹਦੇ ਵਿੱਚ ਮਿਸ਼ਠਾਨ ਪਕਵਾਨ ਪਦਾਰਥ ਪਾਏ ਹੋਏ, ਮਠਿਆਈ ਪਾਈ ਹੋਵੇ, ਲੈ ਕੇ ਜੋ ਆਇਆ ਸੀ। ਸੇਤ ਵਸਤਰ ਮੁਖ ਬੰਧਨ ਠਾਨ, ਤੇ ਸਫੈਦ ਕੱਪੜੇ ਨਾਲ ਉਹਨਾਂ ਦਾ ਉੱਪਰੋਂ ਜਿਹੜਾ ਸੀ ਨਾ ਗਲ ਬੰਨਿਆ ਹੋਇਆ ਸੀ, ਤਾਂ ਕਿ ਕੋਈ ਮੱਖੀ ਆਦਿ, ਕੋਈ ਮੱਛਰ, ਕੋਈ ਧੂੜ ਦੇ ਕਣ ਉਸ ਵਿੱਚ ਪੈ ਨਾ ਜਾਵਣ। ਤੇ ਸਫੈਦ ਇਸ ਕਰਕੇ ਵੀ ਜੇ ਕੋਈ ਧੂੜ ਪਵੇ ਤੇ ਦਿਖ ਜਾਵੇ ਤੇ ਬਦਲ ਦਿੱਤਾ ਜਾਏ। ਭਾਵ ਪੂਰੀ ਪਵਿੱਤਰਤਾ, ਪਾਕੀਜ਼ਗੀ, ਪੂਰੀ ਸਾਫ ਸਫਾਈ ਇਸਨੇ ਰੱਖੀ। ਤੇ ਸਫੈਦ ਬਸਤਰ ਨਾਲ, ਪੱਲੇ ਨਾਲ ਉੱਪਰੋਂ ਇਹ ਦੋਵੇਂ ਮਟਕੀਆਂ, ਕੁੱਜੀਆਂ ਬਣੀਆਂ ਹੋਈਆਂ ਹਨ। ਪ੍ਰਥਮ ਮੁਰੀਦ ਨਿਕਟ ਮੰਗਵਾਈ, ਸਭ ਤੋਂ ਪਹਿਲਾਂ ਆਪਣੇ ਮੁਰੀਦਾਂ ਨੂੰ ਇਸ਼ਾਰਾ ਕੀਤਾ ਵੀ ਉਹ ਦੋ ਮਟਕੀਆਂ ਲੈ ਕੇ ਆਓ। ਉਹ ਲਾਗੇ ਮੰਗਵਾ ਲਈਆਂ। ਲੈ ਕਰ ਸੋ ਨਿਜ ਹੱਥ ਉਚਾਈ, ਤੇ ਦੋਵੇਂ ਕੁੱਜੀਆਂ ਆਪਣੇ ਦੋਹਾਂ ਹੱਥਾਂ ਤੇ ਰੱਖ ਲਈ। ਇਹਦਾ ਮਤਲਬ ਹੈ ਬਹੁਤ ਭਾਰੀਆਂ ਨਹੀਂ ਸਨ। ਤੇ ਕੁੱਜਾ ਆਮ ਕਰਕੇ ਛੋਟਾ ਜਿਹਾ ਹੀ ਹੁੰਦਾ ਹੈ, ਜਿਹਦੇ ਵਿੱਚ ਕੋਈ ਸੇਰਕ ਵਸਤੂ ਪੈ ਜਾਂਦੀ। ਇੰਨਾ ਕੁ ਮੱਖਣ ਦਾ ਕੁੱਜਾ ਅਸੀਂ ਕਹਿ ਦਿੰਦੇ ਹਾਂ। ਦੇਗਾ ਫਿਰ ਉਸ ਤੋਂ ਵੱਡਾ ਹੁੰਦਾ ਹੈ, ਚਾਟੀ ਉਸ ਤੋਂ ਵੱਡੀ ਹੁੰਦੀ ਹੈ, ਮਟਕਾ ਉਸ ਤੋਂ ਵੱਡਾ ਹੁੰਦਾ ਹੈ, ਤੇ ਘੜਾ ਉਸ ਤੋਂ ਵੱਡਾ ਹੁੰਦਾ। ਇਹਦਾ ਮਤਲਬ ਹੈ ਛੋਟੀਆਂ ਛੋਟੀਆਂ ਸੇਰ, ਸਵਾ ਸਵਾ ਸੇਰ ਦੀਆਂ ਪਦਾਰਥ ਪੈਣ ਵਾਲੀਆਂ ਇਹ ਦੋ ਕੁੱਜੀਆਂ ਦੋਹਾਂ ਹੱਥਾਂ ਤੇ ਹੀ ਰੱਖ ਲਈਆਂ ਹਨ। ਦ્વੈ ਕਰ ਪਰ ਦੋਨੋਂ ਸੋ ਧਰ ਕੈ, ਦੋਹਾਂ ਹੱਥਾਂ ਤੇ, ਖੱਬੇ ਤੇ ਇੱਕ ਸੱਜੇ ਤੇ ਦੋਵੇਂ ਕੁੱਜੀਆਂ ਧਰ ਕੇ ਸਤਿਗੁਰ ਕੀ ਸੁਭ ਸਿਫਤ ਉਚਰ ਕੈ, ਗੁਰੂ ਪਾਤਸ਼ਾਹ ਜੀ ਦੀ ਮਹਿਮਾ ਵਿੱਚ ਇਸਨੇ ਬੋਲ ਆਖੇ ਵੀ ਤੁਸੀਂ ਕਰਨ ਕਾਰਨ ਸਮਰੱਥ ਹੋ, ਆਪ ਕਲਾਵਾਨ ਹੋ, ਆਪ ਪਰਮਾਤਮ ਜੋਤ ਹੋ। ਜੋ ਇਸ ਨੂੰ ਨਜ਼ਰ ਆਇਆ ਉਹ ਕਹਿ ਰਿਹਾ ਹੈ, ਹੇਤ ਪਰਖ ਵੇ ਹੋਇ ਕਰ ਆਗਾ। ਇਹ ਕੁਝ ਪਰਖ ਕਰਨ ਵਾਸਤੇ ਇਹ ਥੋੜਾ ਜਿਹਾ ਦੋਵੇਂ ਕੁੱਜੀਆਂ ਲੈ ਕੇ ਹੋਰ ਮਹਾਰਾਜ ਜੀ ਦੇ ਨੇੜੇ ਹੋ ਗਿਆ ਹੈ। ਅਤ ਸਮੀਪ ਹੋਵੇ ਕੋਹ ਲਾਗਾ, ਮਹਾਰਾਜ ਸੱਚੇ ਪਾਤਸ਼ਾਹ ਦੇ ਬਹੁਤ ਨੇੜੇ, ਬਹੁਤ ਲਾਗੇ ਹੋ ਗਿਆ। ਧੰਨ ਧੰਨ ਨੇ ਮਾਮਾ ਕਿਰਪਾਲ ਚੰਦ ਜੀ, ਜਿਨ੍ਹਾਂ ਦੀ ਗੋਦ ਨੂੰ ਅੱਜ ਭਾਗ ਲੱਗੇ ਹੋਏ ਨੇ। ਤਿੰਨਾਂ ਲੋਕਾਂ ਦੇ ਮਾਲਕ, ਪ੍ਰਤਪਾਲਕ ਬਾਲ ਗੋਬਿੰਦ ਰਾਏ ਸਤਿਗੁਰੂ ਉਹਨਾਂ ਦੀ ਗੋਦ ਵਿੱਚ ਮੁਸਕਰਾ ਰਹੇ ਨੇ। ਬੜਾ ਆਨੰਦਦਾਇਕ ਸਮਾਂ ਬਣਿਆ ਹੋਇਆ। ਤੇ ਪਟਨਾ ਸਾਹਿਬ ਦੀਆਂ ਸੰਗਤਾਂ ਨੀਝ ਲਾ ਕੇ ਇੱਕ ਟੱਕ ਮਹਾਰਾਜ ਜੀ ਦਾ ਦੀਦਾਰ ਕਰ ਰਹੀਆਂ ਹਨ। ਪ੍ਰਭੂ ਬਿਰਾਜਤ ਮਾਤਲ ਅੰਕਾ, ਪ੍ਰਭੂ ਬਿਰਾਜਤ ਮਾਤੁਲ ਅੰਕਾ। ਮਾਂ ਤੁਲ ਦਾ ਮਤਲਬ ਹੈ ਦੋ ਸ਼ਬਦਾਂ ਦਾ ਇਹ ਸਮਾਸੀ ਸ਼ਬਦ ਹੈ। ਮਾਂ ਤੁਲ, ਮਾਂ ਦੇ ਬਰਾਬਰ।
ਇੱਕ ਰਿਸ਼ਤਾ ਨਾਨਕਿਆਂ ਵਿੱਚ ਹੁੰਦਾ ਜਿਹਨੂੰ ਮਾਂ ਦੇ ਬਰਾਬਰ ਕਹਿੰਦੇ ਨੇ, ਔਰ 2 ਵਾਰੀ ਮਾਂ ਮਾਂ ਕਹਿੰਦੇ ਨੇ ਉਸ ਰਿਸ਼ਤੇ ਨੂੰ ਮਾਮਾ, ਜਿਹਨੂੰ ਮਾਂ ਦੇ ਬਰਾਬਰ ਸਮਝਿਆ ਜਾਂਦਾ। ਸ੍ਰੀ ਕ੍ਰਿਸ਼ਨ ਨੇ ਕੰਸ ਨੂੰ ਕਿਹਾ ਸੀ ਵੀ ਤੇਰਾ ਰਿਸ਼ਤਾ ਤੇ ਮਾਂ ਬਰਾਬਰ ਹੈ, ਪਰ ਤੂੰ ਸਾਡੇ ਹੀ ਕਤਲ ਕਰਦਾ ਪਿਆ, ਸਾਡਾ ਹੀ ਕਾਤਲ ਬਣਿਆ ਹੋਇਆ, ਇਹ ਚੰਗਾ ਨਹੀਂ। ਇਸ ਤਰ੍ਹਾਂ ਜੇ ਕੋਈ ਜ਼ਾਲਮ ਮਾਮਾ ਹੋਵੇ ਤਾਂ ਉਹਨੂੰ ਕਹਿ ਦਿੰਦੇ ਵੀ ਇਹ ਤੇ ਕੰਸ ਮਾਮਾ, ਪਰ ਇਹ ਰਿਸ਼ਤਾ ਬੜਾ ਪਵਿੱਤਰ ਹੈ, ਮਾਂ ਤੁਲ, ਮਾਂ ਵਰਗਾ। 2 ਵਾਰੀ ਮਾਂ ਆਖੋ ਤੇ ਫਿਰ ਇਹ ਰਿਸ਼ਤਾ ਪੂਰਾ ਉਚਾਰਨ ਹੁੰਦਾ ਹੈ, ਮਾਮਾ। ਤੇ ਮਾਮਾ ਹੋਵੇ ਕਿਰਪਾਲ ਚੰਦ ਵਰਗਾ ਤੇ ਭਣੇਵਾ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ, ਤੇ ਮਾਂ ਹੋਵੇ ਮਾਂ ਗੁਜਰੀ ਵਰਗੀ ਤੇ ਦਾਦੀ ਮਾਤ ਨਾਨਕੀ ਜੀ ਵਰਗੀ, ਤੇ ਫਿਰ ਅੰਮ੍ਰਿਤ ਬਰਸ ਪੈਂਦਾ ਹੈ। ਰਿਸ਼ਤਿਆਂ ਵਿੱਚ ਜੋ ਅੰਮ੍ਰਿਤ ਹੈ ਨਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਉਹ ਪ੍ਰਭੂ ਦੀ ਲੀਨਤਾ ਦਾ ਭਾਵ ਅੰਮ੍ਰਿਤ ਬਰਸ ਪੈਂਦਾ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਉਹ ਖੂਬ ਬਰਸ ਰਿਹਾ ਹੈ। ਤੇ ਉਸਨੇ ਪ੍ਰੇਮ ਨੂੰ, ਮਮਤਾ ਨੂੰ, ਉਸ ਰਿਸ਼ਤਿਆਂ ਵਿੱਚ ਜਿਹੜਾ ਪ੍ਰਭੂ ਨੇ ਆਪਣਾ ਆਪਾ ਰੱਖਿਆ ਹੋਇਆ, ਉਹਦੀ ਨੇੜਤਾ ਨੂੰ ਇਹ ਫਕੀਰ ਵੀ ਮਹਿਸੂਸ ਕਰ ਰਿਹਾ। ਤੇ ਦੇਖਿਆ ਮਾਮਾ ਕਿਰਪਾਲ ਚੰਦ ਜੀ ਦੀ ਗੋਦ ਵਿੱਚ ਪ੍ਰਭੂ ਗੁਰੂ ਗੋਬਿੰਦ ਸਿੰਘ ਮਹਾਰਾਜ ਖੇਲ ਰਹੇ ਹਨ। ਸੁੰਦਰ ਦਰਸ਼ਨ ਮਦਨ ਮਯੰਕਾ, ਬਹੁਤ ਖੂਬਸੂਰਤ ਦਰਸ਼ਨ ਹੈ। ਜਦ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਮਾ ਕਿਰਪਾਲ ਚੰਦ ਜੀ ਦੀ ਗੋਦ ਵਿੱਚ ਬਿਰਾਜਿਆ ਹੋਇਆ ਨੇ ਸੰਗਤਾਂ ਵੱਲ ਦੇਖਿਆ ਤੇ ਸਭ ਸੰਗਤਾਂ ਜੈ ਜੈਕਾਰ ਕਰਨ ਲੱਗ ਪਈਆਂ। ਚਾਰੋਂ ਪਾਸੇ ਜੈ ਜੈਕਾਰ ਦੀ ਆਵਾਜ਼ ਸੁਣਾਈ ਪੈਣ ਲੱਗ ਪਈ। ਅੱਛਾ, 2-4 ਸੈਕਿੰਡ ਲਈ ਆਪ ਨੇਤਰ ਬੰਦ ਕਰੋ ਤੇ ਉਸ ਸੰਗਤ ਵਿੱਚ ਸ਼ਾਮਲ ਹੋ ਜਾਓ। ਉਹ ਸਾਰੀ ਸੰਗਤ ਜੈ ਜੈਕਾਰ ਕਰ ਰਹੀ ਹੈ ਤੇ ਤੁਸੀਂ ਮਿਲ ਕੇ ਜੈ ਜੈਕਾਰ ਕਰੋ ਤੇ ਇੱਕ ਵੱਡਾ ਸਾਰਾ ਜੈਕਾਰਾ ਗੁਜਾ ਦਿਓ। ਸੁੰਦਰਤਾ ਮਹਾਰਾਜ ਦੀ ਬੇਇੰਤਹਾ ਹੈ, ਜਿਹੜਾ ਦੇਖਦਾ ਉਹ ਮੋਹਿਤ ਹੋ ਜਾਂਦਾ ਤੇ ਇੰਜ ਲੱਗਦਾ ਜਿਵੇਂ ਬਿਨਾਂ ਦਾਗ ਤੋਂ ਚੰਦਰਮਾ ਚਮਕ ਰਿਹਾ ਹੋਵੇ। ਬਾਲਪਨ ਵਿੱਚ ਨਾ ਅਸੀਂ ਇੱਕ ਇਸ ਤਰ੍ਹਾਂ ਗਾਣਾ ਗੀਤ ਕਹਿ ਲਓ ਸੁਣਦੇ ਹੁੰਦੇ ਸੀ, ਚੰਨ ਚਮਕੇ ਤੇ ਮੱਥਾ ਪਿਆ ਦਮਕੇ। ਸਭ ਸੰਗਤਾਂ ਪਟਨਾ ਸ਼ਹਿਰ ਵਿੱਚ ਆਈਆਂ ਤੇ ਮਾਤਾ ਗੁਜਰੀ ਨੂੰ ਦਿਓ ਜੀ ਵਧਾਈਆਂ। ਇਹ ਅਸੀਂ ਸੁਣਦੇ ਹੁੰਦੇ ਸੀ ਬਾਲਪਨ ਵਿੱਚ, ਪਤਾ ਨਹੀਂ ਕਿਸ ਨੇ ਗਾਇਆ ਸੀ ਪਰ ਬੜਾ ਆਨੰਦਦਾਇਕ ਸੀ। ਇਸ ਤਰ੍ਹਾਂ ਸਾਰੇ ਵਧਾਈਆਂ ਵੀ ਦੇ ਰਹੇ ਨੇ ਤੇ ਸਾਰੇ ਜੈ ਜੈਕਾਰ ਵੀ ਕਰ ਰਹੇ ਹਨ। श्याम बिंदु जननी शुभ लाएब, ਤੇ ਬਹੁਤ ਸੋਹਣਾ ਚੰਨ ਵਰਗਾ ਮੁਖੜਾ ਹੈ ਤੇ ਜਨਨੀ ਸ੍ਰੀ ਮਾਤ ਗੁਜਰੀ ਜੀ ਨੇ ਥੋੜਾ ਜਿਹਾ ਕਾਲਾ ਟਿੱਕਾ ਵੀ ਲਾਇਆ ਹੋਇਆ ਵੀ ਨਜ਼ਰ ਨਾ ਕਿਸੇ ਦੀ ਲੱਗ ਜਾਵੇ। ਸਾਧ ਸੰਗਤ ਇਹ ਸ੍ਰੀ ਮਾਤ ਗੁਜਰੀ ਜੀ ਦੀ ਮਮਤਾ ਹੈ, ਵਰਨਾ ਜਿਨ੍ਹਾਂ ਦੀ ਨਜ਼ਰ ਪੈਂਦਿਆਂ ਦੁਨੀਆ ਦੀਆਂ ਸਭ ਨਜ਼ਰਾਂ ਝੁੰਦਿਆ ਜਾਂਦੀਆਂ ਨੇ ਤੇ ਲੱਗੀਆਂ ਹੋਈਆਂ ਨਜ਼ਰਾਂ ਲੱਥ ਜਾਂਦੀਆਂ ਨੇ, ਉਹਨਾਂ ਨੂੰ ਨਜ਼ਰ ਕਿਸ ਨੇ ਲਾਉਣੀ। ਨਾਲੇ ਮਹਾਰਾਜ ਦਾ ਬਚਨ ਹੈ, ਤੰਤ ਮੰਤ ਨਾ ਜੋ ਹੈ ਤਿਤ ਚਾਖ ਨਾ ਲਾਗੇ। ਗੁਰੂ ਦਾ ਨਾਮ ਜਪਣ ਵਾਲਿਆਂ ਤੇ ਕਿਸੇ ਤੰਤਰ ਮੰਤਰ ਦਾ ਅਸਰ ਨਹੀਂ ਹੁੰਦਾ ਤੇ ਕੋਈ ਚਾਖ ਦਾ ਮਤਲਬ ਹੈ ਨਜ਼ਰ ਵੀ ਨਹੀਂ ਲੱਗਦੀ। ਇੱਕ ਅੱਧੇ ਕੁ ਮਿੰਟ ਦੀ ਗਾਥਾ ਮੈਨੂੰ ਚੇਤੇ 'ਚ ਆ ਗਈ, ਮੈਂ ਆਪ ਨੂੰ ਸਰਵਣ ਕਰਾਉਂਦਾ। ਪੰਥ ਰਤਨ ਦਾਸ ਦੇ ਉਸਤਾਦ ਮਹਾਂਪੁਰਖ ਬ੍ਰਹਮ ਗਿਆਨੀ ਆਤਮਾ ਸ਼੍ਰੀਮਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ
ਸਾਰੀ ਜ਼ਿੰਦਗੀ ਪਟਨਾ ਸਾਹਿਬ ਸੇਵਾ ਕਰਦੇ ਰਹੇ ਗੁਰਪੁਰਬਾਂ ਤੇ ਆ ਕੇ। ਆਪ ਜਿਤਨੇ ਬੈਠੇ ਹੋ ਸਾਰੀ ਦੁਨੀਆ ਵਿੱਚ ਸੁਣ ਰਹੇ ਹੋ, ਉਹਨਾਂ ਕਦੀ ਕਥਾ ਦੀ ਭੇਟ ਨਹੀਂ ਮੰਗੀ ਕਿਸੇ ਕੋਲੋਂ। ਪਟਨਾ ਸਾਹਿਬ ਤਾਂ ਲੈਂਦੇ ਹੀ ਨਹੀਂ ਸਨ, ਕਈ ਥਾਵਾਂ ਤੇ ਨਹੀਂ ਲੈਂਦੇ ਸਨ। ਦਰਬਾਰ ਸਾਹਿਬ, ਮੰਡੀ ਸਾਹਿਬ ਮਹੀਨਾ ਮਹੀਨਾ ਕਥਾ ਕਰਨੀ। ਉਹਨਾਂ ਦਾ ਜੰਮੂ ਵਿੱਚ ਇੱਕ ਦਫਾ ਉਹਨਾਂ ਦੀ ਦਾੜ ਦੁਖ ਰਹੀ ਸੀ, ਸ਼ਾਇਦ ਦਾੜ ਨੂੰ ਕੋਈ ਕੀੜਾ ਵਗੈਰਾ ਲੱਗਾ ਹੋਵੇਗਾ, ਤੇ ਉਸੇ ਕਿਸੇ ਨੇ ਡਰਦੇ ਡਰਦੇ ਨੇ ਕਿਹਾ, ਬਈ ਗਿਆਨੀ ਜੀ, ਮਸਕੀਨ ਜੀ, ਦਾੜ ਬਹੁਤ ਦੁਖ ਰਹੀ ਹੈ ਤੇ ਕਥਾ ਦਾ ਵੀ ਸਮਾਂ ਹੋ ਰਿਹਾ, ਤੇ ਜੇ ਆਖੋ ਤੇ ਸਾਡੇ ਇੱਥੇ ਲੱਗ ਗਈ ਦਾੜ ਦਾ ਫਾਂਡਾ ਕਰਨ ਵਾਲਾ ਹੈਗਾ, ਮੰਤਰ ਪੜ੍ਹਦਾ ਤੇ ਦਾੜ ਦਾ ਕੀੜਾ ਜਿਹੜਾ ਸ਼ਾਂਤ ਹੋ ਜਾਂਦਾ, ਦਰਦ ਰੁਕ ਜਾਂਦਾ। ਦਵਾਈ ਨਾਲ ਤਾਂ ਤੁਹਾਡੀ ਦਰਦ ਰੁਕ ਨਹੀਂ ਰਹੀ। ਤੇ ਮਸਕੀਨ ਜੀ ਹੱਸ ਕੇ ਕਹਿਣ ਲੱਗੇ, ਚੰਗਾ ਲਿਆ ਫਿਰ। ਉਹ ਨੇੜੇ ਹੀ ਸੀ, ਆ ਗਿਆ, ਹੱਥ ਵਿੱਚ ਕੋਈ ਕਰਦ ਜਿਹੀ ਫੜ ਕੇ ਤੇ ਮੰਤਰ ਪੜ੍ਹਦਾ ਰਿਹਾ ਤੇ ਫੂਕਾ ਮਾਰਦਾ ਰਿਹਾ ਤੇ ਕਰਦ ਜ਼ਮੀਨ ਤੇ ਝਾੜਦਾ ਰਿਹਾ। ਇਹਨੂੰ ਝਾੜਾ ਪਾਉਣਾ ਵੀ ਕਹਿ ਦਿੰਦੇ ਨੇ। ਤੇ ਆਖੇ, ਮਸਕੀਨ ਜੀ ਦਰਦ ਰੁਕੀ? ਮਸਕੀਨ ਜੀ ਕਹਿੰਦੇ ਨਹੀਂ। ਦਰਦ ਘਟੀ? ਮਸਕੀਨ ਜੀ ਕਹਿੰਦੇ ਨਹੀਂ। ਤੇ ਉਹ 5-7 ਵਾਰੀ ਆਪਣਾ ਮੰਤਰ ਪੜ੍ਹ ਕੇ ਕਹਿਣ ਲੱਗਾ, ਮਸਕੀਨ ਜੀ ਗੱਲ ਇਹ ਹੈਗੀ ਹੈ, ਇਸ ਮੰਤਰ ਨਾਲ ਮੈਂ ਬੜਿਆਂ ਦੀਆਂ ਦਾੜਾਂ ਠੀਕ ਕੀਤੀਆਂ ਨੇ, ਪਰ ਜਿਹੜਾ ਮੰਤਰ ਤੁਸੀਂ ਜਪਦੇ ਹੋ ਉਹਦੇ ਤੇ ਮੇਰਾ ਮੰਤਰ ਨਹੀਂ ਚੱਲਦਾ। ਤੰਤ ਮੰਤ ਨਾ ਜੋ ਹੈ। ਤੁਸੀਂ ਸਵੇਰੇ ਅੱਧਾ ਘੰਟਾ 20 ਮਿੰਟ ਮੂਲ ਮੰਤਰ ਦਾ ਪਾਠ ਕਰੋ, ਕਿਸੇ ਤੰਤਰ ਮੰਤਰ ਦਾ ਅਸਰ ਨਹੀਂ ਹੋਵੇਗਾ, ਕਰਕੇ ਦੇਖੋ। ਜੇ ਇਸ ਗੱਲ ਤੇ ਵਿਸ਼ਵਾਸ ਹੈ ਤਾਂ ਵੱਡਾ ਜੈਕਾਰਾ ਬੁਲਾਓ। ਜਿਹਦੀ ਨਜ਼ਰ ਨਾਲ ਨਜ਼ਰ ਪੈ ਜਾਏ ਤੇ ਸਭ ਦੋਸ਼ ਮਿਟ ਜਾਂਦੇ ਨੇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠੈ ਸਭ ਦੁੱਖ ਜਾਏ, ਨਾਨਕ ਨਦਰੀ ਨਦਰ ਨਿਹਾਲ। ਤੇ ਉਸ ਨੂੰ ਨਜ਼ਰ ਕਿਸ ਦੀ ਲੱਗ ਜਾਣੀ ਹੈ? ਕੌਣ ਨਜ਼ਰ ਲਾ ਦੇਵੇਗਾ? ਨਜ਼ਰ ਲਾਉਣ ਵਾਲੇ ਨੇ ਆਪਣੀ ਨਜ਼ਰ ਗਵਾਉਣੀ ਹੈ। ਪਰ ਮਾਂ ਦੀ ਮਮਤਾ ਹੈ ਨਾ, ਉਹਨਾਂ ਛੋਟਾ ਜਿਹਾ ਇੱਥੇ ਟਿੱਕਾ ਵੀ ਲਾਇਆ ਹੋਇਆ ਹੈ। ਹਾਂਜੀ, ਡੀਠ ਨਾ ਲਗੈ ਹਿਰਦੈ ਅਨਕੂਲਾ। ਭੁਲਾਇਓ ਬਈ ਕੋਈ ਕਿਧਰੇ ਨਜ਼ਰ ਨਾ ਲਾ ਦੇਵੇ ਸਾਡੇ ਲਾਲ ਨੂੰ। ਮਨੋ ਸੋ ਲੱਛਣ ਚੰਦ ਸੁਹਾਵਾ। ਤੇ ਭਾਈ ਸਾਹਿਬ ਕਹਿੰਦੇ ਨੇ ਸੋਹਣਾ ਟਿੱਕਾ ਹੋਰ ਵੀ ਸੋਹਣਾ ਲੱਗ ਰਿਹਾ, ਇੰਝ ਲੱਗਦਾ ਜਿਵੇਂ ਬਹੁਤ ਸੋਹਣਾ ਪੂਰਨਮਾਸੀ ਦਾ ਚੰਨ ਚੜਿਆ ਹੋਵੇ। ਦਾਸ ਚਕੋਰਨ ਗਨ ਹਰਿ ਖਾਵਾ। ਸਾਰੀਆਂ ਸੰਗਤਾਂ ਸੇਵਕ ਚਕੋਰ ਵਾਂਗੂ ਇਸ ਨਵੇਂ ਚੜੇ ਚੰਨ ਦੇ ਦਰਸ਼ਨ ਕਰਕੇ ਤੇ ਹਰਸ਼ਿਤ ਹੋ ਰਹੀਆਂ ਹਨ, ਪ੍ਰਸੰਨ ਹੋ ਰਹੀਆਂ ਹਨ। ਸਿਉ ਮਨੋ ਅਲਪ ਅਰਬਿੰਦ। ਔਰ ਇਸ ਤਰ੍ਹਾਂ ਦੇ ਨਾਲ ਬਿਕਸਿਓ ਮਨੋ ਅਲਪ ਅਰਬਿੰਦ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਮੁਖੜਾ, ਪਾਵਨ ਚਿਹਰਾ ਇਸ ਤਰ੍ਹਾਂ ਹੈ ਜਿਵੇਂ ਛੋਟਾ ਜਿਹਾ ਕਮਲ ਖਿਲਿਆ ਹੋਵੇ, ਭਾਵ ਕਮਲ ਦਾ ਫੁੱਲ ਖਿਲਿਆ ਹੋਵੇ। ਬੈਠਿਓ ਸੋਬਤ ਬਤਸ ਬਿਲੰਦਾ। ਜਿਹੜਾ ਟਿੱਕਾ ਲਾਇਆ ਇਹਨੂੰ ਇਸ ਤਰ੍ਹਾਂ ਲੱਗਦਾ ਹੈ ਬਈ ਕਮਲ ਦਾ ਕੋਈ ਖਿਲੇ ਹੋਏ ਫੁੱਲ ਤੇ ਕੋਈ ਭੰਵਰਾ ਨਹੀਂ ਬੈਠਾ। ਬਤਸ ਦਾ ਮਤਲਬ ਹੁੰਦਾ ਬੱਚਾ, ਕੋਈ ਭੰਵਰੇ ਦਾ ਛੋਟਾ ਜਿਹਾ ਬੱਚਾ ਇਸ ਖਿਲੇ ਹੋਏ ਸੋਹਣੇ ਕਮਲ ਦੀ ਪੰਖੁੜੀਆਂ ਤੇ ਮਹਾਰਾਜ ਜੀ ਦੇ ਇੱਥੇ ਬਿਰਾਜਿਆ ਹੋਇਆ ਹੈ। ਸੁਧਾ ਕੁੰਡ ਮੁਖ ਮੰਡਲ ਮਨੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੁਖ ਮੰਡਲ ਤੇ ਇਸ ਤਰ੍ਹਾਂ ਜਿਵੇਂ ਅੰਮ੍ਰਿਤ ਦਾ ਕੁੰਡ ਹੋਵੇ। ਇਹ ਚਰਨਾਮ੍ਰਿਤ ਕੁੰਡ ਹੈ ਰਾਜਗੀਰ ਵਿੱਚ, ਨਾਲੇ ਦਰਸ਼ਨ ਕਰ ਆਉਣਾ, ਨਾਲੇ ਚਰਨਾਮ੍ਰਿਤ ਛਕ ਕੇ ਵੀ ਆਉਣਾ। ਮਹਾਰਾਜ ਜੀ ਦੇ ਮੁਖ ਮੰਡਲ ਦੀ ਆਭਾ, ਮੁਖ ਮੰਡਲ ਤਾਂ
ਅੰਮ੍ਰਿਤ ਦੇ ਕੁੰਡ ਵਾਂਗੂ ਹੈ। ਵਿਕਸਤ ਕਬ ਕਬ ਬੀਚੀ ਸਨੋ। ਤੇ ਜਦੋਂ ਕਦੀ ਕਦੀ ਥੋੜਾ ਜਿਹਾ ਮੁਸਕਰਾਉਂਦੇ ਨੇ ਨਾ, ਨਿੱਕੀ ਜਿਹੀ ਸਮਾਈਲ ਜਿਹੜੀ ਪਾਸ ਕਰਦੇ ਨੇ, ਤੇ ਫਿਰ ਇੰਜ ਲੱਗਦਾ ਵੀ ਅੰਮ੍ਰਿਤ ਦੇ ਕੁੰਡ ਚੋਂ ਪਿਆਰੀਆਂ ਪਿਆਰੀਆਂ ਤਰੰਗਾਂ ਉੱਠ ਰਹੀਆਂ। ਇਸ ਤਰ੍ਹਾਂ ਨਿਹਾਇਤ ਹੀ ਰੂਹਾਨੀਅਤ ਭਰਿਆ ਮਾਹੌਲ ਬਿਆਨ ਕਰ ਰਹੇ ਹਨ। ਜਿਉਂ ਜਿਉਂ ਸਾਹ ਭੀਖ ਮੁਖ ਬੋਲੇ। ਜਿਉਂ ਜਿਉਂ ਭੀਖਣ ਸਾਹ ਜੀ ਹੱਥ ਵਿੱਚ ਦੋਹਾਂ ਹੱਥਾਂ 'ਚ ਕੁੱਜੀਆਂ ਮਿਸ਼ਠਾਨ ਦੀਆਂ ਫੜ ਕੇ ਗੁਰੂ ਮਹਿਮਾ ਵਿੱਚ ਬੋਲ ਰਹੇ ਹਨ, ਤਿਉਂ ਤਿਉਂ ਵਿਖਤ ਹਸਤ ਤਿਉਂ ਤਿਉਂ ਤਨ ਡੋਲੇ। ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਹਾਲੇ 13-14 ਦਿਨਾਂ ਦੀ ਸਰੀਰਕ ਅਵਸਥਾ ਹੈ, ਹੱਦ 2 ਹਫ਼ਤਿਆਂ ਦੀ ਹੋਵੇਗੀ। ਜਿਉਂ ਜਿਉਂ ਭੀਖਣ ਸਾਹ ਕੁਝ ਕਹਿ ਰਿਹਾ ਤੇ ਮਹਾਰਾਜ ਨਾਲੇ ਮੁਸਕਰਾ ਰਹੇ ਨੇ ਤੇ ਨਾਲੇ ਹੱਥ ਪੈਰ ਹਿਲਾਉਂਦੇ, ਖੁਸ਼ੀ ਜ਼ਾਹਰ ਕਰਦੇ ਹਨ। ਆਥਨ ਚਰਨ ਉਛਾਰਤ ਡਾਰਤ। ਕਦੀ ਆਪਣੇ ਚਰਨ ਉਠਾ ਲੈਂਦੇ ਨੇ, ਫਿਰ ਥੱਲੇ ਇੱਕ ਚਰਨ, ਫਿਰ ਦੂਜਾ ਚਰਨ ਉੱਪਰ, ਤੇ ਕਦੀ ਇਸ ਤਰ੍ਹਾਂ ਹੱਥ ਉੱਪਰ ਥੱਲੇ ਕਰ ਰਹੇ ਹਨ। ਅਬ ਜਨ ਪਰ ਉਤਪਲ ਦੁੱਤ ਵਾਰਤ। ਭਾਈ ਸੰਤੋਖ ਸਿੰਘ ਕਹਿੰਦੇ ਨੇ, ਮੈਂ ਤਾਂ ਸਾਰੇ ਇਹਨਾਂ ਚਰਨ ਕਮਲਾਂ ਤੋਂ ਸਾਰੇ ਚਰਨ ਕਮਲ ਵਾਰਦਾ ਹਾਂ, ਭਾਵ ਕਮਲ ਫੁੱਲ ਸਦਕੇ ਕਰਦਾ ਹਾਂ। ਹਾਟਕ ਕਟਕ ਜਟੇ ਵਿੱਚ ਹੀਰੇ। ਬਹੁਤ ਸੋਹਣੇ ਕੜੇ ਪਾਏ ਹੋਏ ਹਨ। ਮਾਤ ਨਾਨਕੀ ਜੀ ਨੇ ਸੋਨੇ ਦੇ ਕੜੇ ਪਾਏ ਹੋਏ ਤੇ ਉਹਨਾਂ ਕੜਿਆਂ ਦੇ ਵਿੱਚ ਹੀਰੇ ਜੜੇ ਹੋਏ, ਬਹੁਤ ਸੋਹਣੇ ਚਮਕ ਰਹੇ ਹਨ। ਲਾਗੇ ਅੰਗੁਰੀ ਲਗੋਂ ਜੰਜੀਰੇ। ਤੇ ਕੜੇ ਤੋਂ ਹਰ ਉਂਗਲੀ ਤੱਕ ਇੱਕ ਜੰਜੀਰੀ ਜਾ ਰਹੀ, ਸੋਹਣੇ ਹੀਰਿਆਂ ਜੜੇ ਸੋਨੇ ਦੇ ਕੜੇ ਹਨ ਪਾਏ ਹੋਏ, ਤੇ ਕੜੇ ਨਾਲ ਇੱਕ ਜੰਜੀਰੀ ਹਰ ਉਂਗਲ ਤੱਕ, ਹੱਥ ਦੀ ਪਾਵਨ ਪਵਿੱਤਰ ਉਂਗਲ ਤੱਕ ਜਾ ਰਹੀ ਹੈ। ਜਟੇ ਮੁੰਦਰੀ ਸੁੰਦਰ ਸੰਗ। ਤੇ ਉਸ ਜੰਜੀਰੀ ਦੇ ਸਿਰੇ ਤੇ ਅੱਗੇ ਸੋਹਣੀਆਂ ਮੁੰਦਰੀਆਂ ਜੜੀਆਂ ਹੋਈਆਂ, ਤੇ ਉਹ ਮਹਾਰਾਜ ਜੀ ਦੇ ਨੰਨੇ ਨੰਨੇ ਹੱਥਾਂ ਵਿੱਚ ਪਵਾਈਆਂ ਹੋਈਆਂ ਹਨ, ਮੁੰਦਰਕਾ ਪਵਾਈਆਂ ਹੋਈਆਂ ਹਨ। ਛਗਲੀ ਝੀਨ ਪੀਤ ਸੁਭ ਰੰਗ। ਬਹੁਤ ਸੋਹਣਾ ਪੀਲਾ ਰੰਗ, ਕੇਸਰੀ ਰੰਗ ਦਾ, ਉਹਨਾਂ ਨੂੰ ਬਾਰੀਕ ਰੇਸ਼ਮ ਦਾ ਝਗਲੀ ਚੋਲਾ ਪਵਾਇਆ ਹੋਇਆ ਹੈ। ਲੋਚਨ ਪੁਤਰੀ ਇਤ ਉਤ ਫੇਰਤ। ਤੇ ਨੇਤਰਾਂ ਦੀਆਂ ਪੁਤਲੀਆਂ, ਭਾਵ ਨੇਤਰ ਇੱਧਰ ਉੱਧਰ ਘੁਮਾ ਰਹੇ, ਭਾਵ ਇਹ ਹੈ ਸਾਰੀ ਆਈ ਹੋਈ ਸੰਗਤ ਦੇ ਵੱਲ ਮਹਾਰਾਜ ਜੀ ਮਿਹਰ ਦੀ ਨਜ਼ਰ ਨਾਲ ਦੇਖ ਰਹੇ, ਆਪ ਸਾਰਿਆਂ ਵੱਲ ਵੀ ਮਹਾਰਾਜ ਦੇਖ ਰਹੇ, ਤੇ ਮਹਾਰਾਜ ਜੀ ਦੀ ਦ੍ਰਿਸ਼ਟੀ ਅਨੰਤ ਦੁੱਖਾਂ ਨੂੰ ਨਹੀਂ ਦੂਰ ਕਰਦੀ, ਬਲਕਿ ਅਨੰਤ ਜਨਮਾਂ ਦੇ ਪਾਪ ਦੁੱਖਾਂ ਨੂੰ ਵੀ ਦੂਰ ਕਰ ਦਿੰਦੀ। ਇਸ ਤਰ੍ਹਾਂ ਬਹੁਤ ਆਨੰਦਮਈ ਰਸਕ ਸਮਾਂ ਬਣਿਆ ਹੋਇਆ ਹੈ। ਰਤ ਕਰਤਾਰਥ ਸੰਗਤ ਹੈਰਤ। ਮਿਹਰ ਦੀ ਨਜ਼ਰ ਨਾਲ ਸੰਗਤ ਨੂੰ ਦੇਖ ਕੇ ਨਿਹਾਰ ਕੇ ਕਿਰਤਾਰਥ ਕਰ ਰਹੇ ਹਨ। ਆਜਤ ਪਾਲ ਕੇਸ ਬਰ ਛੋਟੇ। ਮਹਾਰਾਜ ਜੀ ਦਾ ਵੱਡਾ ਮਸਤਕ ਹੈ, ਚੌੜਾ ਮਸਤਕ ਹੈ। ਆਯੁਤ ਮਤਲਬ ਚੌੜਾ, ਭਾਲ ਭਾਵ ਮੱਥਾ, ਮਸਤਕ, ਤੇ ਛੋਟੇ ਛੋਟੇ ਕੁੰਗਰਾਲੇ ਕੇਸ ਮਹਾਰਾਜ ਦੇ। ਬੜੀ ਸੋਹਣੀ ਆਭਾ ਬਣ ਰਹੀ, ਬਿਆਨ ਨਹੀਂ ਹੋ ਸਕਦੀ ਸੁੰਦਰਤਾ ਜਦ ਇਸ ਕੇਸਾਂ ਦੇ। ਮਹਾਰਾਜ ਜੀ ਦੇ ਕੇਸ ਕੁੰਡਲ ਵਾਲੇ ਸਨ। ਭਾਈ ਨੰਦ ਲਾਲ ਜੀ ਨੇ ਦੇਖਿਆ ਸੀ ਨਾ, ਜਦ ਕੰਨਾਂ ਦੇ ਹੇਠਾਂ ਥੋੜੇ ਜਿਹੇ ਦਸਤਾਰ ਦੇ ਵਿੱਚੋਂ ਕੇਸ ਕੁੰਡਲ ਵਾਲੇ ਝਲਕਦੇ ਹੋਏ, ਤੇ ਉਹ ਉਹਨਾਂ ਦਾ ਮਨ ਜਿਹੜਾ ਸੀ ਮਤਵਾਲਾ ਹੋ ਗਿਆ ਸੀ, ਜਿਵੇਂ ਕੋਈ ਸਦਕੇ ਨਹੀਂ ਹੋ ਜਾਂਦਾ। ਉਸ ਅਵਸਥਾ ਨੂੰ ਮੈਂ ਬਿਆਨ ਨਹੀਂ ਕਰ ਪਾ ਰਿਹਾ।
ਜਿਵੇਂ ਦੀਵਾਨਗੀ ਤਾਰੀ ਹੋ ਜਾਏ, ਇੱਕ ਟੱਕ ਮਹਾਰਾਜ ਜੀ ਦੇ ਕੇਸਾਂ ਦੇ ਕੁੰਡਲ ਵੱਲ ਦੇਖੀ ਜਾਣ ਤੇ ਨੇਤਰਾਂ ਵਿੱਚੋਂ ਜਲ ਵੀ ਝੜਨ ਲੱਗ ਪਿਆ, ਆਂਸੂ ਵਗਣ ਲੱਗ ਪਏ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਾਈ ਜੀ ਕੀ ਦੇਖ ਰਹੇ ਹੋ ਤੇ ਕਿਉਂ ਉਦਾਸ ਹੋ ਰਹੇ ਹੋ? ਮਹਾਰਾਜ ਉਦਾਸ ਨਹੀਂ ਹੋ ਰਿਹਾ, ਪ੍ਰਸੰਨਤਾ ਦੇ ਆਂਸੂ ਹਨ। ਕਾਰਨ ਕੀ ਹੈ? ਸੱਚੇ ਪਾਤਸ਼ਾਹ ਜਿਹੜਾ ਤੁਹਾਡਾ ਕੇਸਾਂ ਦਾ ਕੁੰਡਲ ਹੈ ਨਾ, ਇਹਦੇ ਵਿੱਚ ਦੀਨ ਤੇ ਦੁਨੀਆ ਦੀਆਂ ਬਰਕਤਾਂ ਬੱਜੀਆਂ ਹੋਈਆਂ, ਲੋਕ ਪਰਲੋਕ ਦੀਆਂ ਬਰਕਤਾਂ ਤੁਹਾਡੇ ਇੱਕ ਕੁੰਡਲ ਵਿੱਚ ਬੱਜੀਆਂ ਹੋਈਆਂ। ਬੜਾ ਸੋਹਣਾ ਉਹਨਾਂ ਦਾ ਸ਼ਬਦ ਹੈ, ਦੀਨ ਔਰ ਦੁਨੀਆ ਦਰ ਕਮੰਦੇ। ਕਮੰਦ ਕਹਿੰਦੇ ਨੇ ਕੁੰਡਲ। ਦਰ ਕਮੰਦੇ ਆਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੋਏ ਯਾਰ ਮਾਂ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਸਾਰੇ ਕੁੰਡਲ ਦਾ ਤਾਂ ਮੁੱਲ ਕੋਈ ਕੀ ਪਾ ਸਕਦਾ ਹੈ? ਅਗਰ ਸਾਰੀ ਧਰਤੀ ਵਿਕ ਜਾਏ, ਹੀਰੇ ਜਵਾਹਰਾਤ ਵਿਕ ਜਾਣ, 9 ਖੰਡ ਪ੍ਰਿਥਵੀ ਵਿਕ ਜਾਵੇ, ਤੇ ਜੇ ਕੋਈ ਸੌਦਾ ਕਰਨ ਵਾਲਾ, ਮੁੱਲ ਦੇਣ ਵਾਲਾ ਗਾਹਕ ਮਿਲੇ ਤੇ ਮੈਂ ਸਵਰਗ ਵੀ ਵੇਚ ਦੇਵਾਂ, ਪਰਮਾਤਮਾ ਦੀ ਦਰਗਾਹ ਦਾ ਵੀ ਸੌਦਾ ਕਰ ਲਵਾਂ। ਤੇ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਜਿਹੜਾ ਸਾਰਾ ਮੁੱਲ ਮਿਲੇਗਾ ਉਹ ਤੁਹਾਡੇ ਪਾਵਨ ਇੱਕ ਰੋਮ ਦੇ ਮੁੱਲ ਦੇ ਬਰਾਬਰ ਨਹੀਂ ਹੋ ਸਕਦਾ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਹਰ ਦੋ ਆਲਮ, ਦੋਹਾਂ ਜਹਾਨਾਂ ਦੀ ਦੌਲਤ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ। ਮੂਏ ਕਹਿੰਦੇ ਨੇ ਕੇਸਾਂ ਨੂੰ। ਪਰ ਇਹਨਾਂ ਨੂੰ ਪੁੱਛੋ ਜਿਹੜੇ ਸਵੇਰੇ ਆਪ ਹੀ ਜਾ ਕੇ ਤੇ ਨਾਈ ਦੇ ਕੋਲ ਚਲੇ ਜਾਂਦੇ ਨੇ, ਸਿੱਖ ਘਰਾਂ ਵਿੱਚ ਜੰਮੇ ਨੇ, ਸਿੱਖ ਘਰਾਂ ਵਿੱਚ ਪਰਵਰਿਸ਼ ਪਾਈ ਹੈ, ਸਿੱਖ ਮਾਂ ਦੀ ਗੋਦ 'ਚ ਖੇਡੇ ਨੇ, ਇਹਨਾਂ ਨੂੰ ਮੁੱਲ ਦਾ ਪਤਾ ਲੱਗ ਗਿਆ ਵੀ ਮਹਾਰਾਜ ਦੇ ਕੇਸਾਂ ਦਾ ਕੀ ਮੁੱਲ ਹੈਗਾ। ਭਾਈ ਜੀ ਦਾ ਹਿਰਦਾ ਬਿਆਨ ਕਰਦਾ ਹੈ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ। ਤੇ ਭਾਈ ਸਾਹਿਬ ਕਹਿੰਦੇ ਨੇ, ਸੋਹਣਾ ਉੱਚਾ ਚੌੜਾ ਵੱਡਾ ਮੱਥਾ, ਮਸਤਕ ਤੇ ਕੁੰਡਲਾਂ ਵਾਲੇ ਕੇਸ, ਬਾਲ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਜੀ ਦੇ ਅਦਭੁਤ ਦੀਦਾਰ ਦਿੱਖ ਪ੍ਰਦਾਨ ਕਰ ਰਹੇ ਹਨ। ਸਿਰ ਪਰ ਵਸਤਰ ਦਮਕਤੇ ਗੋਟੇ। ਔਰ ਇਸ ਤਰ੍ਹਾਂ ਸਿਰ ਤੇ ਜਿਹੜਾ ਬਸਤਰ ਮਾਤਾ ਜੀ ਨੇ ਰੱਖਿਆ ਹੈ, ਠੰਡ ਦਾ ਮੌਸਮ ਸੀ। ਸਾਧ ਸੰਗਤ, ਹੁਣ ਵੀ ਠੰਡ ਬਹੁਤ ਹੈਗੀ ਹੈ, ਥੋੜਾ ਠੰਡ ਤੋਂ ਆਪਣਾ ਬਚਾਅ ਰੱਖਿਓ। ਕਮਰਿਆਂ 'ਚ ਨਹੀਂ ਲੱਗਦੀ, ਪਰ ਬਾਹਰ ਇੱਕਦਮ ਪੈਂਦੀ। ਇਸ ਵੇਲੇ ਕੋਈ 1.5 ਡਿਗਰੀ ਜਾਂ 2 ਡਿਗਰੀ ਟੈਂਪਰੇਚਰ ਹੈਗਾ ਪਟਨਾ ਸਾਹਿਬ ਦਾ। ਬਹੁਤ ਠੰਡਾ ਦਿਨ ਹੈ। ਆਪਣੇ ਕਮਰੇ ਵਿੱਚ ਤਾਂ ਨਹੀਂ ਮਹਿਸੂਸ ਹੁੰਦਾ, ਪਰ ਬਾਹਰ ਆਓਗੇ ਤੇ ਇੱਕਦਮ ਪੈਂਦੀ। ਇਸ ਲਈ ਬਾਹਰ ਆਓ ਤੇ ਭਾਰਾ ਕੱਪੜਾ ਲੈ ਕੇ ਆਓ, ਤਾਂ ਕਿ ਮਹਾਰਾਜ ਜੀ ਦੀ ਸੇਵਾ ਵਿੱਚ ਤੁਸੀਂ ਚਾਅ ਨਾਲ ਸ਼ਾਮਲ ਹੋ ਸਕੋ, ਮਹਾਰਾਜ ਜੀ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਸਕੋ। ਇਹ ਠੰਡ ਲੱਗ ਜਾਏ ਤੇ ਫਿਰ ਸਰਦੀ ਜ਼ੁਕਾਮ ਦਾ ਖਤਰਾ ਬਣ ਜਾਂਦਾ। ਇਸ ਕਰਕੇ ਉਹ ਠੰਡ ਦਾ ਹੀ ਸਮਾਂ ਸੀ, ਆ ਹੀ ਦਿਨ ਸਨ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸੀਸ ਤੇ ਮਾਤ ਜੀਆਂ ਨੇ ਗਰਮ ਬਸਤਰ ਰੱਖਿਆ ਹੋਇਆ ਤੇ ਸੋਹਣਾ ਗੋਟਾ ਲੱਗਿਆ ਹੋਇਆ ਹੈ, ਤੇ ਉਹਨਾਂ ਦੇ ਉੱਪਰ ਛਾਤੀ ਤੇ ਵੀ ਸੋਹਣੇ ਗਰਮ ਬਸਤਰ ਦਿੱਤੇ ਹੋਏ ਹਨ। ਸੰਗਤ ਚੋਂ ਜਿਤ ਜੋਰਤ ਹਾਥ। ਤੇ ਚਾਰੇ ਪਾਸਿਆਂ ਤੋਂ ਸੰਗਤ ਹੱਥ ਜੋੜ ਕੇ ਖੜੀ ਹੈ। ਦਰਸਤ ਖਰੇ ਅਲਪ ਗੁਰਨਾਥ। ਤੇ ਸਾਰੇ ਇਸ ਅਦਭੁਤ ਦੀਦਾਰ ਦਾ ਅਨੁਭਵ ਕਰ ਰਹੇ। ਅਲਪ ਅਵਸਥਾ, ਛੋਟੀ ਉਮਰ ਦੀ ਗੁਰੂ ਜੋਤ, ਗੁਰੂ ਜਾਮੇ ਨੂੰ ਨਿਹਾਰ ਰਹੇ ਹਨ। ਛਾਏ ਪੀਖ ਘਟਕਾ ਜਬ ਦੋਨੋਂ। ਗੁਰੂ ਨਾਥ ਨੇ, ਮਾਲਕ ਨੇ ਸਾਰੇ ਬ੍ਰਹਮੰਡਾਂ ਦੇ, ਉਹਨਾਂ ਦਾ ਦਰਸ਼ਨ ਕਰ ਰਹੇ ਹਨ। ਤੇ ਇਤਨੇ ਨੂੰ ਭਾਈ
ਇਹ ਭੀਖਣ ਸ਼ਾਹ ਨੇ ਦੋਵੇਂ ਮਟਕੀਆਂ ਦੋਵੇਂ ਕੁੱਜੀਆਂ ਕਰੀ ਸਮੀਪ ਹੋਏ ਕਰ ਨਮੋ। ਦੋਵੇਂ ਨੇੜੇ ਕਰ ਦਿੱਤੀਆਂ ਤੇ ਨਮਸਕਾਰ ਵੀ ਕਰ ਦਿੱਤੀ। ਕੁੱਜੀਆਂ ਅੱਗੇ ਤੇ ਸਿਰ ਝੁਕਿਆ ਹੋਇਆ। ਭੀਖਣ ਸ਼ਾਹ ਦੇ ਪੱਗ ਦਾ ਲੜ ਵੀ ਮਹਾਰਾਜ ਦੇ ਚਰਨਾਂ ਨੂੰ ਛੋਹ ਗਿਆ। ਜਿਹੜਾ ਲੜ ਛੱਡਦੇ ਨੇ ਨਾ ਸੂਫੀ ਫਕੀਰ, ਉਹ ਵੀ ਛੋਹ ਗਿਆ ਤੇ ਮਹਾਰਾਜ ਪ੍ਰਸੰਨ ਹੋ ਰਹੇ ਹਨ। ਸ੍ਰੀ ਗੁਰ ਦੋਨੋਂ ਹੱਥ ਪਸਾਰੇ। ਤੇ ਮਹਿਮਾ ਦੇ ਮਾਲਕ ਪੰਡਤ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਲ ਅਵਸਥਾ ਵਿੱਚ ਮਾਮਾ ਕਿਰਪਾਲ ਚੰਦ ਜੀ ਨੇ ਗੋਦ ਚ ਲਿਆ ਹੋਇਆ ਤੇ ਦੋਵੇਂ ਹੱਥ ਇਸ ਤਰ੍ਹਾਂ ਕੀਤੇ ਹਨ। ਟੀ ਸਪਰਸਨ ਕੋ ਤਿਸ ਬਾਰੇ। ਉਹ ਜਿਹੜੀਆਂ ਮਟਕੀਆਂ ਨੇ ਕੁੱਜੀਆਂ ਨੇ ਉਹਨਾਂ ਦਾ ਸਪਰਸ਼ ਕਰਨ ਵਾਸਤੇ ਦੋਵੇਂ ਹੱਥ ਮਹਾਰਾਜ ਨੇ ਅੱਗੇ ਕੀਤੇ ਹਨ। ਤਉ ਨ ਪਹੁੰਚੇ ਜਾਏ ਤਹਾਂ ਲੋ। ਬਾਲਕ ਅਵਸਥਾ ਹੈ ਨਾ ਤੇ ਹੱਥ ਵੀ ਛੋਟੇ ਛੋਟੇ ਹਨ ਤੇ ਕੁੱਜੀਆਂ ਤੱਕ ਨਹੀਂ ਪਹੁੰਚ ਰਹੇ। ਪਰੇ ਅੰਕ ਮੈਂ ਛੁਵੈ ਕਹਾਂ ਲੋ। ਔਰ ਮਹਾਰਾਜ ਸੱਚੇ ਬਾਦਸ਼ਾਹ ਮਾਮਾ ਕਿਰਪਾਲ ਚੰਦ ਜੀ ਦੀ ਗੋਦ ਵਿੱਚ ਨੇ ਤੇ ਹੱਥ ਅੱਗੇ ਨਹੀਂ ਪਹੁੰਚ ਰਹੇ। ਸਾਉ ਪੀਖ ਕੇ ਮਨ ਕੀ ਜਾਨ। ਤੇ ਭੀਖਣ ਸ਼ਾਹ ਨੇ ਕੁੱਜੀਆਂ ਅੱਗੇ ਕੀਤੀਆਂ ਹੋਈਆਂ ਹਨ ਤੇ ਸਿਰ ਝੁਕਾਇਆ ਹੋਇਆ ਹੈ। ਹਰੀ ਬਧਾਵਨ ਬਾਹੂ ਮਹਾਨ। ਤੇ ਮਹਾਰਾਜ ਜੀ ਨੇ ਉਹਦੇ ਦਿਲ ਦੀ ਤਾਂ ਜਾਣ ਲਈ ਵੀ ਇੱਕ ਹੀ ਚਾਹੁੰਦੇ ਹਨ ਤੇ ਦੋਵੇਂ ਬਾਹਾਂ ਕੁਝ ਲੰਮੀਆਂ ਕਰ ਲਈਆਂ। ਭਾਵ ਜਿਤਨੀਆਂ ਬਾਹਾਂ ਦੀ ਲੰਬਾਈ ਉਸ ਅਵਸਥਾ 'ਚ ਬਾਲ ਅਵਸਥਾ 'ਚ ਹੁੰਦੀ ਹੈ ਉਹ ਕੁੱਜੀਆਂ ਤੱਕ ਨਹੀਂ ਪਹੁੰਚ ਰਹੀਆਂ ਤੇ ਮਹਾਰਾਜ ਨੇ ਕਲਾ ਵਰਤਾ ਕੇ, ਇਹ ਪਹਿਲਾ ਕੌਤਕ ਹੈ, ਕਲਾ ਵਰਤਾ ਕੇ ਤੇ ਦੋਹੇ ਬਾਹਾਂ ਲੰਮੀਆਂ ਕਰ ਲਈਆਂ। ਦੋਨੋਂ ਦ્વੈ ਘਟਕਾ ਪਰ ਲਾਏ। ਤੇ ਦੋਵੇਂ ਬਾਹਾਂ ਕੁਝ ਲੰਬੀਆਂ ਕਰਕੇ, ਲੋਕੀ ਕਹਿੰਦੇ ਨੇ ਬਈ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ। ਇਹ ਗੱਲ ਠੀਕ ਹੈਗੀ ਹੈ। ਕੋਈ ਬੰਦਾ ਕ੍ਰਾਈਮ ਕਰਦਾ ਹੈ ਤੇ ਕਾਨੂੰਨ ਉਹਨੂੰ ਲੱਭ ਲਿਆਉਂਦਾ ਵੀ ਕਿੱਥੇ ਹੈਗਾ, ਹੱਥ ਲੰਬੇ ਹੁੰਦੇ ਨੇ। ਪਰ ਸੱਚ ਜਾਣਨਾ, ਵਿਪਤਾ ਵਿੱਚ ਪਏ ਹੋਏ ਸਿੱਖ ਨੂੰ ਵੀ ਗੁਰੂ ਹੱਥ ਵਧਾ ਕੇ ਕੱਢ ਲੈਂਦਾ ਹੈ। ਗੁਰੂ ਨਾਲੋਂ ਹੱਥ ਲੰਮੇ ਹੋਰ ਕਿਸੇ ਦੇ ਨਹੀਂ ਹੁੰਦੇ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਹਾਂ ਵਧਾ ਕੇ ਤੇ ਦੋਹਾਂ ਕੁੱਜੀਆਂ ਤੇ ਰੱਖੀਆਂ ਹਨ। ਸੰਗਤ ਖਰੀ ਨ ਕਿਨਹੂ ਲਖਾਏ। ਇਹ ਕੌਤਕ ਦਾ ਹੋਰ ਕਿਸੇ ਨੂੰ ਪਤਾ ਨਹੀਂ ਚੱਲਿਆ, ਕੇਵਲ ਮਹਾਰਾਜ ਨੇ ਤਾਂ ਬਾਹਾਂ ਵਧਾਈਆਂ ਹਨ ਤੇ ਜਾਂ ਭੀਖਣ ਸ਼ਾਹ ਨੂੰ ਪਤਾ ਚੱਲਿਆ ਹੈ। ਸਾਉ ਪੀਖ ਇੱਕ ਕਰੀ ਨਿਹਾਰਨ। ਜਾਂ ਫਿਰ ਇੱਕ ਭੀਖਣ ਸ਼ਾਹ ਹੈ ਜਿਨੇ ਦੋਹੇ ਬਾਹਾਂ ਅੱਗੇ ਵਧੀਆਂ ਹੋਈਆਂ ਵੇਖੀਆਂ ਹਨ। ਜਬ ਘਟਕਾ ਪਰ ਕੀਏ ਕਰ ਧਾਰਨ। ਜਦੋਂ ਦੋਹਾਂ ਹੀ ਕੁੱਜੀਆਂ ਤੇ ਹੱਥ ਰੱਖ ਦਿੱਤੇ ਔਰ ਵਿਸਾਲ ਹਜ਼ਾਰਨ ਮਨ ਕੋ। ਤੇ ਪੀਰ ਨੂੰ ਇਸ ਤਰ੍ਹਾਂ ਲੱਗਿਆ ਵੀ ਹਜ਼ਾਰਾਂ ਮਣ ਭਾਰ ਰੱਖ ਦਿੱਤਾ। ਸਾਧ ਸੰਗਤ ਗੱਲ ਇਹ ਹੈਗੀ ਹੈ ਬਈ ਗੁਰੂ ਦੀ ਮਿਹਰ, ਗੁਰੂ ਦੀ ਸਿੱਖੀ ਹੈ ਵੀ ਭਾਰੀ ਹੈ, ਸੌਖੀ ਨਹੀਂ। ਇਸ ਨੂੰ ਨਿਤਨੇਮੀ ਹਿਰਦਾ ਹੀ ਸੰਭਾਲ ਸਕਦਾ ਹੈ, ਨਹੀਂ ਤਾਂ ਫਿਰ ਤੀਜੇ ਕੁ ਦਿਨ ਅਗਲੇ ਕਹਿ ਦਿੰਦੇ ਨੇ ਜੀ ਕੀ ਕਰੀਏ ਜੀ, ਕਿਰਪਾਨ ਲੈ ਗਈ ਹੈ, ਕਸ਼ਹਿਰਾ ਵਿਸਰ ਗਿਆ, ਕੰਘਾ ਨਹੀਂ ਯਾਦ ਰਿਹਾ ਤੇ ਫਿਰ ਪਤਾ ਚੱਲਦਾ ਕੋਈ ਕਕਾਰ ਵੀ ਨਹੀਂ ਰਿਹਾ। ਸਿੱਖੀ ਇੰਨੀ ਹੌਲੀ ਨਹੀਂ ਹੈ, ਇਹ ਨਿਤਨੇਮੀ ਹਿਰਦਾ ਹੀ ਸੰਭਾਲ ਸਕਦਾ ਹੈ, ਦੂਜਿਆਂ ਦੇ ਵੱਸ ਦੀ ਗੱਲ ਨਹੀਂ। ਉਹ ਜੀ ਅੰਮ੍ਰਿਤ ਛਕਿਆ ਸੀ, ਕੀ ਕਰਦੇ, ਮਿੱਤਰਾਂ ਦੋਸਤਾਂ ਨੇ ਸ਼ਰਾਬ ਵੀ ਪਿਆ ਦਿੱਤੀ। ਨਿਤਨੇਮੀ ਨਹੀਂ ਹੋਣਾ ਤਾਂ ਇਹ ਹੋਇਆ, ਜੇ ਨਿਤਨੇਮੀ ਹੁੰਦਾ ਫਿਰ ਨਹੀਂ ਹੋਣਾ ਸੀ। ਮਹਾਰਾਜ ਦੱਸਦੇ ਪਏ ਨੇ ਬਈ ਭਾਰੀ ਵਸਤੂ ਹੈ। ਕਰਿਓ ਪ੍ਰਭੂ ਨੇ ਹੱਥ ਦੁਹਨ ਕੋ। ਔਰ ਇਸ ਤਰ੍ਹਾਂ ਦੋਹਾਂ ਹੱਥਾਂ ਨੂੰ ਜਦ ਰੱਖਿਆ ਤਾਂ ਭਾਰ ਬਹੁਤ ਮਹਿਸੂਸ ਹੋਇਆ। ਆਪਣੀ ਕਰਾਮਾਤ ਕੇ ਸਾਥ। ਉਹਦੇ ਕੋਲ ਵੀ ਭਗਤੀ ਦਾ ਬਲ ਹੈਗਾ ਹੈ। ਸੰਬਤ ਪਾਦਿਡ ਕਰ ਕੈ ਹਾਥ। ਤੇ ਹੱਥਾਂ ਨੂੰ ਮਜ਼ਬੂਤੀ ਨਾਲ ਉਸ ਭਾਰ ਨੂੰ ਇਹਨੇ ਸਾਂਭੀ ਰੱਖਿਆ। ਪਰ ਮੈਂ ਗੁਰੂ ਨੇ ਅਧਿਕ ਦਬਾਇਓ। ਤੇ ਮਹਿਮਾ ਦੇ ਮਾਲਕ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਥੋੜਾ ਹੋਰ ਦਬਾ ਦਿੱਤਾ। ਜਦ ਇਹਨੇ ਆਪਣੀ ਸਾਰੀ ਭਗਤੀ ਦਾ ਬਲ ਅੱਗੇ ਕਰ ਦਿੱਤਾ ਨਾ
ਤੇ ਮਹਾਰਾਜ ਨੇ ਥੋੜਾ ਹੋਰ ਪ੍ਰੈਸ਼ਰ ਦਿੱਤਾ ਉੱਪਰੋਂ। ਪੀਰ ਓਜ ਨਿਜ ਤੇ ਤੇ ਬਿਕੁਲਾਇਓ। ਪੀਰ ਦੀ ਉਹ ਬੰਦਗੀ ਦਾ ਬਲ ਕਮਜ਼ੋਰ ਪੈ ਗਿਆ। ਭਾਵ ਮਹਾਰਾਜ ਜੀ ਦੀ ਭਾਰੀ ਬਰਕਤ ਨੂੰ ਭਾਵੇਂ ਕੋਈ ਕਿੰਨਾ ਹੀ ਵੱਡਾ ਹੋਵੇ, ਗੁਰੂ ਦੀ ਮਿਹਰ ਤੋਂ ਬਿਨਾ ਸਹਾਰ ਨਹੀਂ ਸਕਦਾ। ਉਛਲਤ ਚਰਨ ਦਿਸਾ ਤਬੇਰਾ। ਤੇ ਭੀਖਣ ਸ਼ਾਹ ਨੇ ਮਹਾਰਾਜ ਜੀ ਆਪਣੇ ਚਰਨ ਉੱਪਰ ਥੱਲੇ ਕਰ ਰਹੇ ਸਨ, ਉਛਾਲ ਰਹੇ ਸਨ, ਤੇ ਚਰਨਾਂ ਵੱਲ ਦੇਖ ਕੇ ਤੇ ਅਰਦਾਸ ਕੀਤੀ। ਆਖਿਆ ਮਹਾਰਾਜ ਇਹ ਭਾਰ ਮੇਰੇ ਕੋਲੋਂ ਝੱਲਿਆ ਨਹੀਂ ਜਾ ਰਿਹਾ, ਤੁਸੀਂ ਬਲ ਦੇਵੋ। ਕਹਿਤ ਪਇਓ ਮੈਂ ਹੋਇ ਨਿਕਚੇਰਾ। ਮਹਾਰਾਜ ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡੇ ਚਰਨਾਂ ਦਾ ਸੇਵਕ ਹਾਂ। ਛਨ ਦੋਨੋਂ ਹੱਥ ਉਠਾਏ। ਜਦ ਇਹ ਸੁਣਿਆ ਮਹਾਰਾਜ ਨੇ ਉਹਦੇ ਹਿਰਦੇ 'ਚ ਗੂੰਜਦਾ ਹੋਇਆ ਕਿ ਮੈਂ ਤੁਹਾਡੇ ਚਰਨਾਂ ਦਾ ਸੇਵਕ ਹਾਂ, ਤੇ ਥੋੜਾ ਜਿਹਾ ਦਬਾ ਕੇ ਫਿਰ ਦੋਵੇਂ ਹੱਥ ਚੁੱਕ ਲਏ ਹਨ। ਬਿਨਾ ਭੀਖ ਨ ਕਿਨੋ ਲਖਾ। ਇਹ ਕ੍ਰਿਸ਼ਮਾ ਵੀ ਪੀਰ ਭੀਖਣ ਸ਼ਾਹ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਪਤਾ ਚੱਲ। ਪੀਰ ਭੀਖਣ ਸ਼ਾਹ ਨੂੰ ਹੀ ਪਤਾ ਚੱਲਿਆ ਹੈ। ਬਾਕੀ ਇਹ ਮਹਾਨ ਭਾਗ ਭਰੀ ਮਿਲਾਪ ਦੀ ਬਰਕਤ ਵਾਲੀ ਤੇ ਹਿਰਦੇ ਨੂੰ ਮਿਲਾਪ ਦਾ ਸੋਹ ਪ੍ਰਾਪਤ ਕਰ ਦੇਣ ਵਾਲੀ ਬਾਕੀ ਵਿਚਾਰ ਹੁਣ ਕੱਲ ਆਪ ਸਰਵਣ ਕਰੋਗੇ। ਅੱਜ ਇੰਨੇ ਹੀ ਬਚਨ ਪ੍ਰਵਾਨ ਕਰੋ। ਪ੍ਰਵਾਨ ਕਰਨਾ ਮਹਾਰਾਜ ਦੀ ਮਿਹਰ ਨਾਲ ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ ਹਾਜ਼ਰੀਆਂ ਭਰ ਰਹੀਆਂ ਨੇ। ਸੱਚਖੰਡ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਜਨਰਲ ਸਕੱਤਰ ਭਾਈ ਇੰਦਰਜੀਤ ਸਿੰਘ ਜੀ ਟਾਟਾ ਨਗਰ ਵਾਲੇ ਔਰ ਸਾਰੇ ਬਿਹਾਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸੂਰਜ ਸਿੰਘ ਜੀ ਨਲਵਾ, ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰ ਦੀ ਇੱਕ ਨਿਰਵਾਣ ਸੇਵਕ ਬਣ ਕੇ ਸੇਵਾ ਕਰਨ ਵਾਲੀ ਸ਼ਖਸੀਅਤ ਸਰਦਾਰ ਤਲੋਚਨ ਸਿੰਘ ਜੀ ਦੇ ਭੁਜੰਗੀ ਗੁਰਵਿੰਦਰ ਸਿੰਘ ਜੀ ਜੋ ਮੈਂਬਰ ਹਨ ਤਖਤ ਸਾਹਿਬ ਦੇ, ਹਾਜ਼ਰੀਆਂ ਭਰ ਰਹੇ ਨੇ। ਔਰ ਬਹੁਤ ਹੀ ਸੇਵਾ ਨੂੰ ਸਮਰਪਿਤ ਹਿਰਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤਖਤ ਸਾਹਿਬ ਦੇ ਸਰਦਾਰ ਜਗਜੋਤ ਸਿੰਘ ਜੀ ਸੋਹੀ, ਡਰਾਈ ਓਨੈਸਟ ਸ਼ਖਸੀਅਤ ਹਨ। ਰੱਜ ਕੇ ਗੁਰੂ ਨੇ ਇਹਨਾਂ ਨੂੰ ਇਮਾਨਦਾਰੀ, ਪ੍ਰੇਮ ਔਰ ਆਪਣੀ ਸੇਵਾ ਬਖਸ਼ ਕੇ ਨਿਵਾਜਿਆ ਹੋਇਆ। ਇਸ ਤਰ੍ਹਾਂ ਹੋਰ ਸ਼ਖਸੀਅਤਾਂ ਵੀ ਹਾਜ਼ਰੀਆਂ ਭਰ ਰਹੀਆਂ ਨੇ। ਗੁਰੂ ਸਾਹਿਬ ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ। ਕੱਲ ਦਿਨ ਸ਼ੁੱਕਰਵਾਰ ਨੂੰ ਤਖਤ ਸਾਹਿਬ ਜੀ ਤੋਂ ਪ੍ਰਭਾਤ ਫੇਰੀ 4:30 ਵਜੇ ਪ੍ਰਾਰੰਭ ਹੋ ਕੇ ਗੁਰਦੁਆਰਾ ਗੁਰੂ ਕਾ ਬਾਗ ਪਹੁੰਚੇਗੀ। 31 ਤਰੀਕ ਨੂੰ ਸਵੇਰੇ 4:30 ਵਜੇ ਗੁਰੂ ਕਾ ਬਾਗ ਪਹੁੰਚੇਗੀ ਅਤੇ ਦਰਸ਼ਨ ਕਰਨ ਉਪਰੰਤ ਵਾਪਸ ਤਖਤ ਸਾਹਿਬ ਜੀ ਵਿਖੇ ਪਧਾਰੇਗੀ। ਸੰਗਤਾਂ ਬਹੁਤ ਪ੍ਰੇਮ ਵਿੱਚ ਪਟਨਾ ਸਾਹਿਬ ਦੀਆਂ ਹਾਜ਼ਰੀਆਂ ਭਰਦੀਆਂ ਹਨ। ਆਪ ਵੀ ਜਿਤਨੇ ਆਏ ਹੋਏ ਯਤਨ ਕਰੋ ਬਈ ਇਹਨਾਂ ਪ੍ਰਭਾਤ ਫੇਰੀਆਂ ਵਿੱਚ ਨਾਲੇ ਸ਼ਾਮਲ ਹੋਵੋ, ਨਾਲੇ ਸ਼ਬਦ ਗਾਓ ਤੇ ਨਾਲੇ ਗੁਰਦੁਆਰਾ ਗਊ ਘਾਟ ਸਾਹਿਬ ਦੇ ਦਰਸ਼ਨ ਵੀ ਕਰਕੇ ਆਓ। ਬਹੁਤ ਆਨੰਦਦਾਇਕ ਇਹ ਸਮਾਂ ਬਣਦਾ ਹੈ। ਭਾਰੇ ਕੱਪੜੇ ਪਾ ਕੇ ਜਾਣਾ ਕਿਉਂਕਿ ਠੰਡ ਦਾ ਮੌਸਮ ਹੈ, ਠੰਡ ਤੋਂ ਆਪਣੇ ਸਰੀਰ ਦਾ ਬਚਾਓ ਰੱਖਣਾ ਹੈ। ਮਹਾਰਾਜ ਸਭ ਨੂੰ ਤੌਫੀਕ ਬਖਸ਼ਣ, ਮਿਹਰਾਂ ਨਾਲ ਨਿਵਾਜਣ। ਆਓ 2 ਮਿੰਟ ਵਾਸਤੇ ਸਾਰੇ ਮਿਲ ਕੇ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ, ਫਿਰ ਅਰਦਾਸ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ ਸਾਰੇ ਜਪੋ। ਵਾਹਿਗੁਰੂ 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 ਵਾਹਿਗੁਰੂ
ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।